ਵਾਹਿਗੁਰੂ ਸਾਹਿਬ ਜੀ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। श्री गुरु शब्द कमाए जिन जीते पंच विकार तिन संतन को बंदना सिर चरणन पर धार। मोकूच रह शास्त्र खाट पिंग गिरन चढ़ जाए अंध लखै बदरो समय जो काल कृपा कराए। कहाँ बुद्ध प्रभु तुच्छ हमारे वर्ण सकै महिमा जो तिहारे। हम न सकत कर सिफत तुम्हारी आप ले हो तुम कथा सुधारे। सो कहो टल गुरु सेविय अहनिस सहज सुभाए। दर्शन परसै गुरु के जन्म मरण दुख जाए। दर्शन परसै गुरु के जन्म मरण दुख जाए। हाँ जी। सतनाम श्री वाहिगुरु साहिब जी। सोहे महला तीजा शब्द सच्चे सच सोहेला। जिथे सच्चे का होए विचारो राम। होमे सब किल विख काटे साच रखिया उर धारे राम। सच रखिया उर धारे दुतर तारे फिर भवजल तरना होय। सच्चा सतगुर सच्ची बाणी जिन सच विखालिया सोय। साचे गुण गावे सच समावै सच वेखै सब सोय। नानक साचा साहिब साची नाय सच निस्तारा होवे। वाहिगुरु जी का खालसा वाहिगुरु जी की फतेह। परम सत्कारयोग गुरु साहब जी दी साजी नवाजी गुरु स्वरूप गुरु खालसा सत्संग जीओ। आप सरबत संगतां सतगुरां दी पावन हजूरी दे अंदर सुशोभत हो। दसो पातशाहियां की आत्मिक जोत गुरता गदी सवाईमान चावर छतर तख्त दे मालिक सतगुरु श्री गुरु ग्रंथ साहिब जी दी पावन हजूरी है। साध संगत स्थान जगमग नूर है। लख लख ससियार पान किरण ठारूर है। ये जगह की जो महानता है भाई गुरदास साहब जी कहते हैं
ਚੰਦਰਮਾ ਤੇ ਸੂਰਜ ਜਿਹੜੇ ਨੇ, ਜਿਨ੍ਹਾਂ ਦੇ ਵਿੱਚ ਦੋ ਗੁਣ ਹੈ। ਸੂਰਜ ਵਿੱਚ ਪ੍ਰਕਾਸ਼ਤਾ ਦਾ ਬਹੁਤ ਵੱਡਾ ਗੁਣ ਹੈ, ਔਰ ਚੰਦਰਮਾ ਦੇ ਵਿੱਚ ਬਹੁਤ ਠੰਡ ਦਾ ਗੁਣ ਹੈ। ਉਹ ਕਹਿੰਦੇ ਸਾਧ ਸੰਗਤ ਦਾ ਜਿਹੜਾ ਸਥਾਨ ਹੈ, ਇਹ ਜਗਮਗਾਉਂਦਾ ਉਹ ਨੂਰ ਪ੍ਰਕਾਸ਼ ਹੈ। ਪ੍ਰਕਾਸ਼ ਚੰਦਰਮਾ ਦੇ ਕੋਲ ਵੀ ਹੈ, ਪ੍ਰਕਾਸ਼ ਸੂਰਜ ਦੇ ਕੋਲ ਵੀ। ਲੱਖ ਲੱਖ ਸਸੀ ਅਰਪਾਨ, ਲੱਖਾਂ ਸੂਰਜ ਇਕੱਠੇ ਹੋ ਕੇ ਉਹ ਚਾਨਣਾ ਨਹੀਂ ਦੇ ਸਕਦੇ ਜੋ ਸਾਧ ਸੰਗਤ ਚ ਗੁਰੂ ਦੇ ਸ਼ਬਦ ਤੋਂ ਪ੍ਰਾਪਤ ਹੋਣ ਵਾਲਾ ਹੈ। ਜੇ ਸੌ ਚੰਦਾ ਉਗ ਹੈ, ਸੂਰਜ ਚੜ੍ਹੇ ਹਜ਼ਾਰ, ਉਹੀ ਸਿਧਾਂਤ ਹੈ। ਲੱਖਾਂ ਚੰਦਰਮਾ ਇਕੱਠੇ ਹੋ ਕੇ ਉਹ ਸ਼ਾਂਤੀ ਨਹੀਂ ਦੇ ਸਕਦੇ ਜੋ ਸਤ ਸੰਗਤ ਦੇ ਅੰਦਰ ਸ਼ਬਦ ਦਾ ਗੁਰੂ ਸਾਹਿਬ ਜੀ ਨੇ ਪ੍ਰਭਾਵ ਦਿੱਤਾ ਹੈ, ਸ਼ਬਦ ਦੀ ਮਹਾਨਤਾ ਦਿੱਤੀ। ਸਾਧ ਸੰਗਤ ਦੀ ਸ਼ਾਂਤੀ ਦੀਆਂ ਔਰ ਗਿਆਨ ਦੀਆਂ ਕਿਰਨਾਂ ਨੇ ਚੰਦਰਮਾ ਤੇ ਸੂਰਜ ਦੀਆਂ ਲੱਖਾਂ ਕਿਰਨਾਂ ਨੂੰ ਮਾਤ ਪਾ ਦਿੱਤਾ ਹੈ। ਸੋ ਆਓ ਮਨ ਬਿਰਤੀਆਂ ਇਕਾਗਰ ਕਰੋ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਅੰਮ੍ਰਿਤ ਵਚਨ ਸੂਹੀ ਰਾਗਣੀ ਦੇ ਅੰਦਰ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰ ਰਹੇ ਹੈ, ਸਤਿਗੁਰਾਂ ਦੇ ਪਾਵਨ ਬਚਨ ਜੋ ਗੁਰਦੁਆਰਾ ਸਿੰਘ ਸਭਾ ਸਾਊਥ ਹਾਲ ਪਾਰਕ ਐਵਨਿਊ ਵਿਖੇ, ਜਿੱਥੇ ਸੰਗਤਾਂ ਦਾ ਕੁਦਰਤੀ ਬਹੁਤ ਵਹਾਅ ਬਣਿਆ ਹੋਇਆ ਹੈ, ਬੜੀ ਦੇਰ ਤੋਂ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਮੈਨੂੰ ਵੀ ਵੇਖਦਿਆਂ ਲੰਘਿਆ ਤੇ ਤੁਹਾਨੂੰ, ਚਲੋ ਇੱਥੇ ਰਹਿਣ ਵਾਲੇ ਹੋ, ਇੱਥੋਂ ਦੇ ਸਰੋਤਿਆਂ ਤੇ ਇੱਕ ਬੜਾ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹਨਾਂ ਨੂੰ ਸੁਣਨਾ ਆਉਂਦਾ ਹੈ, ਇਹਨਾਂ ਨੂੰ ਪਰਖ ਹੈ ਕਥਾ ਕੀ ਹੁੰਦੀ ਹੈ, ਪ੍ਰਚਾਰ ਕੀ ਹੁੰਦਾ ਹੈ। ਉਹ ਗੁਰੂ ਕਿਰਪਾ ਕਰੇ ਮਨ ਬੇਤੀਆਂ ਇਕਾਗਰ ਕਰਕੇ ਗੁਰੂ ਸਾਹਿਬ ਜੀ ਦੇ ਪਾਵਨ ਅੰਮ੍ਰਿਤ ਬਚਨਾਂ ਦਾ ਆਨੰਦ ਮਾਨਣਾ ਕਰੀਏ ਜੀ। ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ, ਸੁਣੋ ਜੀ। ਸੋਹੇ ਮਹੱਲਾ ਤੀਜਾ। ਸੂਹੀ ਰਾਗਣੀ ਹੈ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਰਚਨਾ ਤੋਂ। ਇਹ ਪਰਮ ਪਵਿੱਤਰ ਉਪਦੇਸ਼ ਹੈ ਜੀ। ਸ਼ਬਦ ਸੱਚੈ ਸੱਚ ਸੁਹੇਲਾ। ਯਾਨੀ ਜੀ ਇਹ ਦੋ ਤੁਕਾਂ, ਇੱਕ ਤਾਂ ਇਹ ਤੁਕ ਗਾਹਾਂ ਵਾਲੀ ਤੁਕ, ਇਹਨਾਂ ਦੇ ਵਿੱਚ ਲੱਗਦਾ ਅਨਵੇ। ਇਸ ਕਰਕੇ ਮੈਨੂੰ ਅਰਥ ਕਰਨ ਲਈ ਸੌਖਾ ਰਹੇਗਾ ਵੀ ਸਾਰੀ ਤੁਕ ਹੀ ਪੜ੍ਹ ਦਿਓ, ਗਾਹਾਂ ਵਾਲੀ ਵੀ ਪੜ੍ਹ ਦਿਓ। ਸ਼ਬਦ ਸੱਚੈ ਸੱਚ ਸੁਹੇਲਾ, ਜਿੱਥੈ ਸੱਚੇ ਕਾ ਹੋਏ ਵਿਚਾਰੋ ਰਾਮ। ਇਹਦਾ ਅਰਥ ਅਗਲੀ ਜਿਹੜੀ ਵਿਸਰਾਮ ਤੋਂ ਬਾਅਦ ਅੱਧੀ ਤੁਕ ਹੈ, ਉਹਦੇ ਨਾਲ ਇਹਨੂੰ ਕਹਿੰਦੇ ਆ ਅਨਵੇਂ ਰੀਤ। ਤੇ ਵਿਦਵਾਨਾਂ ਦੇ ਅੰਦਰ ਇਹ ਦੋ ਤਰ੍ਹਾਂ ਦਾ ਮੰਨਿਆ, ਇੱਕ ਖੰਡ ਗੰਢ ਅਨਵੇਂ ਹੁੰਦਾ ਹੈ, ਇੱਕ ਖੰਡ ਅਨਵੇਂ। ਇਹ ਜਿਹੜਾ ਦੰਡ ਅਨਵੇਂ ਹੈ, ਖੰਡ ਅਨਵੇਂ ਹੈ, ਇਹਦੇ ਭੇਦ ਹੈ ਤੇ ਉਹਦੇ ਵਿੱਚ ਆਪਾਂ ਨੂੰ ਬਹੁਤੀ ਵਿਚਾਰ ਦੀ ਲੋੜ ਨਹੀਂ। ਤੇ ਉਹਦੇ ਵਿੱਚ ਐਸਾ ਹੈ, ਦੰਡ ਅਨਵੇਂ ਹੁੰਦਾ ਵੀ ਪਿਛਲੀ ਤੁਕ ਨੂੰ ਅਰਥ ਵਾਸਤੇ ਮੂਹਰੇ ਲੈ ਲੈਣਾ, ਮੁਰਲੀ ਤੁਕ ਨੂੰ ਪਿੱਛੇ ਕਰ ਲੈਣਾ। ਖੰਡ ਅਨਵੇਂ ਹੁੰਦਾ ਇੱਕ ਇੱਕ ਅੱਖਰ ਨੂੰ ਅੱਗੇ ਪਿੱਛੇ ਕਰਕੇ ਅਰਥਾਂ ਦੀ ਲੜੀ ਜੋੜਦੇ ਜਾਣਾ। ਇਹ ਵਿਦਵਾਨਾਂ ਦੇ ਅੰਦਰ ਤੇ ਕਥਾ ਸਿੱਖਣ ਵਾਲਿਆਂ ਨੂੰ ਇਹ ਸਿਖਾਇਆ ਜਾਂਦਾ ਹੈ। ਤੇ ਨਾ ਹੁਣ ਸਿਖਾਉਣ ਵਾਲੇ ਰਹੇ ਤੇ ਨਾ ਹੁਣ ਸਿੱਖਣ ਵਾਲੇ ਰਹੇ। ਹੁਣ ਤਾਂ ਜਿਸ ਤਰ੍ਹਾਂ ਵੀ ਹੋ ਰਿਹਾ ਹੈ, ਮਹਾਰਾਜ ਦੀ ਰਜਾ ਹੀ ਕਹੀ ਜਾ ਸਕਦੀ। ਤੋ ਇਸ ਕਰਕੇ ਕਿਉਂਕਿ ਕਥਾ ਦੇ ਆਪਣੇ ਨਿਯਮ ਨੇ, ਜਿੱਥੇ ਇਹ ਨਿਯਮ ਹੈ ਇਹਦੇ ਨਾਲ 5 ਨਿਯਮ ਹੋਰ, ਇਹਦੇ ਸਮੇਤ 6 ਨਿਯਮ ਹਨ ਕਥਾ ਵਾਲਿਆਂ ਵਾਸਤੇ। ਜਿਵੇਂ ਸਰਕਾਰ ਨੇ ਟ੍ਰੈਫਿਕ ਦੇ ਰੂਲ ਬਣੇ ਹੋਏ ਨੇ, ਨਿਯਮ ਬਣਾਏ ਹੋਏ ਨੇ, ਕਥਾ ਦੇ ਵੀ ਨਿਯਮ ਨੇ। ਬੇਨਿਯਮੀ ਤੁਸੀਂ ਗੱਡੀ ਨਹੀਂ ਚਲਾ ਸਕਦੇ, ਪਰ ਬੇਨਿਯਮੀ ਅਸੀਂ ਕਥਾ ਕਰ ਸਕਦੇ। ਦੇਖੋ ਕੈਸੀ ਅੰਧਾ ਧੁੰਦ ਵਰਤ ਗਈ ਹੈ। ਪਦਹਿ ਸਦਾ ਪਦਾਰਥ ਕਦ ਵਿਗ੍ਰਹਿ ਵਾਕੇ ਯੋਜਨਾ, ਅਖਪਿਓਤ ਸਮਾਦਾਨੰ ਖਟ ਬਨਿਓ ਵੇਖਣ ਸਿਮਰਤਿਅੰ। ਇਹ ਵਿਧਾਨ ਕਹਿੰਦਾ ਹੈ ਕਿ ਇਹ ਵਿਆਖਿਆਕਾਰ, ਜੇ ਤੂੰ ਵਿਆਖਿਆ ਕਰਨ ਵਾਸਤੇ
ਮੰਚ ਤੇ ਬੈਠਿਆ ਤਾਂ ਤੇਰੀ ਬੈਠਣ ਦੇ ਨਾਲ ਹੀ ਤੇਰੀ ਮਹਾਨਤਾ ਨਹੀਂ ਹੈ, ਤੇਰੇ ਤੇ ਵੀ ਨਿਯਮ ਲਾਗੂ ਹੁੰਦਾ, ਤੇਰੇ ਤੇ 6 ਪ੍ਰਕਾਰ ਦਾ ਨਿਯਮ ਲਾਗੂ ਹੁੰਦਾ। ਜੇ ਉਹਦੇ ਵਿੱਚ ਤੂੰ ਚੱਲ ਰਿਹਾ, ਜੇ ਗੱਡੀ ਉਹਨਾਂ ਨਿਯਮਾਂ ਅਨੁਸਾਰ ਚੱਲ ਰਹੀ ਹੈ ਠੀਕ ਹੈ, ਤੇ ਨਹੀਂ ਜਿਸ ਤਰ੍ਹਾਂ ਸਰਕਾਰ ਫਿਰ ਇਤਰਾਜ਼ ਕਰਦੀ ਹੈ ਤੈਨੂੰ ਗੱਡੀ ਨਹੀਂ ਚਲਾਉਣੀ। ਸੱਚੀ ਸਰਕਾਰ ਵੀ ਇਤਰਾਜ਼ ਕਰਦੀ ਹੈ, ਵਿਦਵਾਨ ਕਹਿੰਦੇ ਵੀ ਕਥਾ ਦਾ ਕਰ ਰਿਹਾ, ਇਹਨੂੰ ਨਿਯਮਾਂ ਦਾ ਕੋਈ ਪਤਾ ਨਹੀਂ। ਤੋ ਇਸ ਕਰਕੇ ਹੈ ਪੈਦਾ ਹੈ ਵੀ ਜਿਹੜੇ ਪਦ ਦਾ ਅਰਥ ਕਰਨਾ ਉਹਨੂੰ ਪਦ ਛੇਦ ਕਰਨਾ, ਪਦਿ ਸ਼ਦਾ ਪਦਾਰਥ ਕਰ ਫਿਰ ਪਦ ਅਰਥ ਦੱਸਣੇ। ਇਸ ਤੋਂ ਅੱਗੇ ਹੈ ਪਦਿ ਸ਼ਦਾ ਪਦਾਰਥ ਵਿਗ੍ਰਹਿ ਹੈਗਾ ਵਾਕੇ ਯੋਜਨਾ, ਵਿਆਕਰਨ ਦੀ ਰੀਸ ਦੇ ਅਨੁਸਾਰ ਫਿਰ ਉਹ ਸੰਧੀ ਪ੍ਰਛੇਦ ਕਰਕੇ ਉਹਦੀ ਵਿਉਂਤਪਤੀ ਕਰਨੀ। ਇਸ ਤੋਂ ਚੌਥਾ ਨਿਯਮ ਹੈ ਕਿ ਅਨਵੇਂ ਦੇਖਣੀ ਕਿਹੜੀ ਲੱਗਦੀ ਹੈ, ਜਿਵੇਂ ਇੱਥੇ ਆਪਾਂ ਹੁਣ ਵਿਚਾਰੇ ਕਰ ਰਹੇ ਨਿਯਮ ਦੇ ਅਨੁਸਾਰ ਹੈ ਅਨਵੇਂ ਕਰਨੇ। ਪੰਜਵਾਂ ਨਿਯਮ ਹੈ ਤੇ ਸ਼ੰਕਾਵਾਦੀ ਦੀ ਸ਼ੰਕਾ ਮੇਟਣ ਵਾਸਤੇ ਕੋਲੋਂ ਸ਼ੰਕਾ ਕਰਕੇ ਫਿਰ ਛੇਵਾਂ ਨਿਯਮ ਹੈ ਸਮਾਧਾਨੰ, ਉਹਦਾ ਉੱਤਰ ਦੇਣਾ। ਇਹ ਸਾਡੇ ਤੇ ਨਿਯਮ ਲਾਗੂ ਹੁੰਦੇ ਹੈ ਤੇ ਕਲਯੁਗ ਦਾ ਸਮਾਂ ਹੈ ਭਾਈ, ਇਹਦੇ 'ਚ ਨਿਯਮ ਤਾਂ ਕਿਤੇ ਵੀ ਨਹੀਂ ਰਹਿਣ ਦਿੱਤਾ ਹੈ ਕਲਯੁਗ ਨੇ, ਨਾ ਕਥਾ ਦਾ ਨਿਯਮ ਰਹਿਣ ਦਿੱਤਾ, ਨਾ ਕੀਰਤਨ ਦਾ ਨਿਯਮ ਰਹਿਣ ਦਿੱਤਾ। ਉਹ ਪੰਡਿਤ ਕਰਤਾਰ ਸਿੰਘ ਦਾਖਾ ਨੇ ਗੱਲ ਕਹੀ ਸੀ ਬਹੁਤ ਵੱਡੇ ਪੰਥ ਦੇ ਇਕੱਠ ਵਿੱਚ। ਚਲੋ ਉਹ ਸ਼੍ਰੋਮਣੀ ਅਕਾਲੀ ਦਲ ਦੇ ਮੁੱਢਲੇ ਉਹਨਾਂ ਕਤਾਰ ਦੇ ਵਿੱਚੋਂ ਸੀ, ਇਸ ਕਰਕੇ ਉਹਨੇ ਗਵਾਂਢੀਆਂ ਦੇ ਚੋਟ ਕਰੀ, ਮੈਨੂੰ ਉਹਦੇ ਨਾਲ ਕੋਈ ਲੈਣ ਦੇਣ ਨਹੀਂ। ਉਹ ਕਹਿੰਦਾ ਜਿਹੜੀ ਕਥਾ ਹੈ ਕਵਿਤਾ ਖਾ ਗਈ ਕਥਾ ਨੂੰ, ਢਗੌਸਲੇ ਦੇ ਜੋੜਦੇ ਆ ਲੋਕ, ਕਹਿੰਦੇ ਕਥਾ ਸੁਣਨ ਤੋਂ ਹਟ ਗਏ, ਕਹਿੰਦੇ ਕਵਿਤਾ ਸੁਣਨ ਲੱਗ ਗਏ। ਕਵਿਤਾ ਖਾ ਗਈ ਕਥਾ ਨੂੰ, ਚਿਮਟਾ ਖਾ ਗਿਆ ਰਾਗ। ਇਹ ਜਿਹੜਾ ਚਿਮਟਾ ਹੈ ਕਹਿੰਦੇ ਉਹ ਰਾਗ ਨੂੰ ਚੱਟੀ ਜਾ ਰਿਹਾ ਹੈ, ਤੇ ਰਾਗ ਨੂੰ ਸਮਝਣ ਤੋਂ ਹਟ ਗਏ ਤੇ ਚਿਮਟੇ ਵਾਲੇ ਜਿਹੜੀਆਂ ਧਾਰਨਾ ਦਾ ਕੀਰਤਨ ਹੈ ਉਹਨੂੰ ਜ਼ਿਆਦਾ ਸੁਣਨ ਲੱਗ ਗਏ। ਜੇ ਤਾਂ ਕੋਈ ਮਹਾਂਪੁਰਸ਼ ਕਮਾਈ ਵਾਲਾ ਕਰਦਾ ਉਹਦੀ ਤਾਂ ਗੱਲ ਹੀ ਕੁਛ ਹੈ, ਉਹਦਾ ਸਾਜ਼ਾਂ ਤੋਂ ਬਿਨਾਂ ਵੀ ਬਹਿ ਜਿਉਂ ਬੋਲਣ ਤਿਵੇਂ ਸੁਹਾਨ, ਉਹਨਾਂ ਤੇ ਥੋੜ੍ਹੀ ਲਾਗੂ ਹੁੰਦੀ ਹੈ ਗੱਲ। ਇਹ ਜਿਹੜੇ ਸਾਜ਼ ਜੀ ਇਸ ਤਰ੍ਹਾਂ ਦੇ ਨਵੇਂ ਨਵੇਂ ਉੱਠ ਕੇ, ਨਾ ਸੰਗੀਤ ਦਾ ਕਲਾ ਹੈ ਕੋਈ, ਨਾ ਕੁਛ ਜਾਣ ਹੈ, ਚਿਮਟਾ ਖਾ ਗਿਆ ਰਾਗ। ਤੇ ਇਸ ਪ੍ਰਕਾਰ ਦੇ ਇਹ ਬੇਨਿਯਮ ਸਾਰੇ ਹੋ ਗਏ ਹੈ, ਗੁਰੂ ਕਿਰਪਾ ਕਰੇ। ਤੇ ਇਹ ਨਿਯਮ ਹੈ। ਹੁਣ ਇੱਥੇ ਅਰਥ ਚਲੇਗਾ ਰਾਮ ਹੈ ਭਾਈ, ਜਾਂ ਫਿਰ ਰਾਮ ਰਮੇ ਹੋਏ, ਰਮੇ ਹੋਏ ਪਰਮੇਸ਼ਰ ਵਾਹਿਗੁਰੂ ਦਾ, ਜਿੱਥੇ ਜਿਹੜੀ ਜਗ੍ਹਾ ਦੇ ਵਿੱਚ, ਕਿਹੜੀ ਜਗ੍ਹਾ ਸਤਸੰਗਤ ਦੇ ਵਿੱਚ, ਜਿੱਥੇ ਸੱਚੇ ਕਾ ਹੋਏ ਵਿਚਾਰੋ, ਜਿੱਥੇ ਸੱਚੇ ਵਾਹਿਗੁਰੂ ਦਾ ਵਿਚਾਰ ਹੋ ਰਿਹਾ ਹੈ। ਆ ਹੁਣ ਵਿਚਾਰ ਹੋ ਰਹੀ ਹੈ, ਜਿੱਥੇ ਸੱਚੇ ਕਾ ਹੋਏ ਵਿਚਾਰੋ, ਉਥੇ ਕੀ ਕਰਨਾ ਹੈ? ਹੁਣ ਸ਼ਬਦ ਮੂਹਰੇ ਬੋਲ ਦਿਓ ਜੀ, ਸ਼ਬਦ ਸੱਚੈ ਸੱਚ ਸੋਹਿਲਾ। ਤੇ ਉਥੇ ਫਿਰ ਗੁਰੂ ਸਾਹਿਬ ਜੀ ਦਾ ਜਿਹੜਾ ਸ਼ਬਦ ਹੈ, ਸੱਚੇ ਪਰਮੇਸ਼ਰ ਵਾਹਿਗੁਰੂ ਦਾ ਜੋ ਪ੍ਰਾਪਤੀ ਦੇ ਉਪਦੇਸ਼ ਰੂਪੀ ਸ਼ਬਦ ਹੈ, ਤੇ ਉਹਨਾਂ ਸੱਚ ਦਾ ਸੋਹਿਲਾ ਕੀਏ ਜਸ, ਸੰਗਤ ਵਿੱਚ ਮਿਲ ਸਾਧ ਸੰਗਤ ਭਜ ਕੇਵਲ ਨਾਮ। ਉਹ ਇਸ਼ਾਰਾ ਕੀਤਾ। ਗਾਹਾਂ ਦੀ ਤੁਕ ਵੀ ਪੂਰੀ ਬੋਲ ਦੋ ਜੀ। ਜਿੱਥੇ ਹੋ ਗਿਆ, ਇਹਦੇ ਅਰਥ ਹੋ ਗਿਆ ਅਗਲੀ ਤੁਕ। ਹੋਮੈ ਸਭ ਕਿਲ ਵਿਖ ਕਾਟੇ, ਸਾਚ ਰੱਖਿਆ ਉਰ ਧਾਰੇ ਰਾਮ। ਇਹ ਦੋ ਤੁਕਾਂ 'ਚ ਲੱਗਦਾ, ਬਾਕੀ ਦੀਆਂ ਤੁਕਾਂ 'ਚ। ਹੁਣ ਅਗਲੀ ਤੁਕ ਦੇ ਵਿੱਚ ਫੇਰ ਕਿਹਾ ਹੈ ਕਿ ਜਿਨ੍ਹਾਂ ਨੇ ਸੱਚੇ ਪਰਮੇਸ਼ਰ ਦੇ ਨਾਮ ਨੂੰ ਉਹਦੇ ਹਿਰਦੇ ਦੇ ਵਿੱਚ ਧਾਰਨ ਕਰਕੇ ਰੱਖਿਆ ਹੈ, ਰਾਮ ਰਮੇ ਹੋਏ ਪਰਮੇਸ਼ਰ ਦੇ ਨਾਮ ਨੂੰ, ਤੇ ਫਿਰ ਹਉਮੈ ਜਿਹੜੀ ਹੈ, ਤੇ ਹਉਮੈ ਨੂੰ ਉਹਨਾਂ ਨੇ ਮੇਟ ਦਿੱਤਾ। ਹਉਮੈ ਸਭ ਕਿਲ ਵਿਖ ਕਾਟੇ, ਹੰਗਤਾ ਮਮਤਾ ਵੀ ਮੇਟ ਦਿੱਤੀ ਹੈ। ਕਿਲ ਨੇਚੇ ਕਰਕੇ ਵਿਖ ਵਿਉ ਵਰਗੇ ਜਿਹੜੇ ਪਾਪ ਸਨ, ਕਾਮ ਕਰੋ ਲੋਭ ਮੋਹ ਹੰਕਾਰ ਕਾਟੇ ਕੱਟ ਦਿੱਤੇ। ਜਿਵੇਂ ਦੁਸ਼ਮਣ ਨੂੰ ਕੱਟ ਦਈਦਾ ਨਾ, ਅੰਤਸ਼ ਕਰਨ ਦੇ ਨਾਲੋਂ ਕੱਟ ਕੇ ਪਰੇ ਛੱਡ ਦਿੱਤੇ। ਇਸ ਪ੍ਰਕਾਰ ਇਹ ਦੋ ਤੁਕਾਂ ਥੋੜ੍ਹੀਆਂ ਔਖੀਆਂ ਸੀ ਅਰਥ ਭਾਵ ਤੋਂ। ਅੱਗੇ ਹੁਣ ਅੱਧੇ ਦੀ ਤੁਕ ਦਾ ਵਿਸਰਾਮ ਰੱਖਣਾ ਜੀ, ਬੋਲੋ। ਸੱਚ ਰੱਖਿਆ ਉਰ ਧਾਰੇ, ਇਹ ਹੁਣ ਸ਼ਬਦ ਦਾ ਉਲਾਲਾ ਕਹਿੰਦੇ ਇਸ ਨੂੰ, ਪੁਰਾਤਨ ਰੀਤ ਦੇ ਅਨੁਸਾਰ ਉਹੀ ਤੁਕ ਨੂੰ ਦੁਬਾਰੇ ਫੇਰ ਲੈ ਲਿਆ।
जिन्हां ने सच्चे वाहिगुरु दे नाम नूं उर हिरदे धारण करके रखिया है। ਦੁੱਤਰ ਤਾਰੇ उन्हां ने दुत्र दुस्तर कठिनताई दे नाल तरन वाला संसार ये तर लिया है, सहजे तर लिया। वाहिगुरु नाम जहाज है, चढ़े सो तेरे पार, जो सरदा कर सेव दे बाहर उतारना। ये बच्चे बच्चे दे जबान ते चढ़िया होया शब्द मैं इहदे लई एक बेनती करनी चाहना तुहानूं, खास करके जिहड़ा आपां ये शब्द पढ़दे हां ना, वाहिगुरु नाम जहाज है, चढ़े सो तेरे पार, जो शरदा कर सेवदे। इत्थे तक तां हैगा ठीक, इस तो अगे बड़ी गड़बड़ करदे आ लोग। की कहणगे वाहिगुरु पार उतारनहार, कई तां वाहिगुरू शब्द कहंदे ना, की कहणगे गुर पार उतारनहार। ये हुण तुहाडी अपनी मर्जी चलूगी भी, जे गुर ला लो चाहे वाहिगुरू ला लो, ये तो फिर कल नूं होर तुकां च भी ला लोगे तुसीं। सुध पाठ जिहड़ा है ये मैं एवें नहीं भी अपने कोलों तुहानूं कह दियां भी उहनूं साबत ना कर सकां। काव निजमां तो विरुद्ध है, जे उत्थे गुर शब्द भी लाओगे, जे वाहिगुरू शब्द भी लाओगे, काव दा निजम खत्म है। भजन शब्द दा जिहड़ा बनना किवें है और इहदा सिद्धांत किवें बनना है। वाहिगुरु नाम जहाज है, चढ़े सोतरे पार, जो शरदा कर सेव दे पार उतारन हार। कुछ भी शब्द कोलों नहीं लाउणा। और लिखत है इसी तरह जिवें मैं आप जी नूं सुणाया, ये इसी तरह मूल पाठ इहदा। पर हुण पुछदा कौन है किसी नूं, जिवें जी दा लोट लगदा दबी जा रहा, कोई ना पुछण वाला ना दस्सण वाला। कोई जे कोई ज़्यादा दस्सण पुछण की गल कहूँ जी ले बड़ा ही नुकतियां चीनियां जिहियां करी जांदे आ भी कथा चंगी भली करनी चाहिए, इन्हां गल्लां दे की धरिया पिया, सदाई किवें होगी। ते कथा दे विच कुछ जानकारी वधे, तो इस करके है महाराज साहब जी कृपा करन भी दुस्तर कठिनताई दे नाल तरन वाला संसार वो उन्होंने तर लिया है। फिर भवजल तरन ना होए, जदों एक बारी तर गया फिर मुड़ के तरना की होगा। भाव मुड़ के संसार दी डुबण वाली गल ही नहीं। जे कोई डूबे फिर होवे सार, जे कोई डुबदा हो तां ही सार लई जाऊगी। वो तर गया एक बारी, इस करके दोबारे संसार दे विचों जन्म धार के ਉਹਨੂੰ ਫਿਰ ਇਹ ਸਾਧਨੇ नहीं करने ਪੈਣਗੇ ਜਿਹਦੇ ਨਾਲ ਤਰਨਾ ਹੋਵੇ, ਪਹਿਲਾਂ ही कर ले। सच्चा सतगुर सच्ची बाणी, साचा साहब साच नाए। गुरु नानक साहब जी आप सच्चे है ਤੇ ਉਹਨਾਂ ਦੀ ਬਾਣੀ ਵੀ ਸੱਚੀ ਹੈ। ਸਤਿਗੁਰੂ ਦੀ ਬਾਣੀ ਸਤ ਸਰੂਪ ਹੈ ਤੇ ਸੱਚੀ ਹੈ। ਇਸ ਕਰਕੇ ਤੇ ਵਾਹਿਗੁਰੂ ਦਾ ਸਰੂਪ ਹੀ ਹੈ ਭਾਈ ਬਾਣੀ। ਅੱਗੇ ਦੱਸਦੇ ਹਨ, ਜਿਨ ਸੱਚ ਵਿਖਾਲਿਆ ਸੋਈ, ਇਸ ਬਾਣੀ ਨੇ ਸੱਚ ਨੂੰ ਪ੍ਰਤੱਖ ਕਰਕੇ, ਸੱਚ ਕੌਣ ਹੈ? ਵਾਹਿਗੁਰੂ। ਉਹਦਾ ਨਿਰਣਾ ਕਰਕੇ ਵਿਖਾ ਦਿੱਤਾ ਕਿ ਭਾਈ ਆਹ ਵਾਹਿਗੁਰੂ ਦਾ ਸਰੂਪ ਹੈ। ਇਹ ਬਾਣੀ ਦੱਸ ਰਹੀ ਹੈ। ਸਾਚੇ ਗੁਣ ਗਾਵੇ ਸੱਚ ਸਮਾਵੇ, ਜਿਹੜਾ ਸੱਚੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ ਉਹਨੂੰ ਫਲ ਕੀ ਮਿਲਦਾ ਹੈ? ਉਹ ਸੱਚੇ ਵਾਹਿਗੁਰੂ ਦੇ ਵਿੱਚ ਹੀ ਅਭੇਦ ਹੋ ਜਾਂਦਾ ਹੈ। ਸਮਾਉਣ ਤੋਂ ਭਾਵੇਂ ਅਭੇਦ ਹੋ ਜਾਂਦਾ ਹੈ। ਗੁਣ ਜਿਹੜਾ ਹੈ, ਗੁਣ ਦਾ ਭਾਵ ਕੀ ਹੈ? ਗੁਣ ਸਾਧ ਸਿੰਘ ਜੀ ਸ੍ਰੇਸ਼ਟ ਖੂਬੀ ਨੂੰ ਕਹਿੰਦੇ, ਜੋ ਵਿਸ਼ੇਸ਼ ਕਰਕੇ ਕੋਈ ਸ੍ਰੇਸ਼ਟ ਖੂਬੀ ਹੈ ਨਾ, ਉਹਨੂੰ ਕਹਿੰਦੇ ਗੁਣ ਹੈ। ਇਹ ਗੁਣੀ ਬੰਦਾ ਹੈ। ਤੋ ਇਸ ਕਰਕੇ ਜਿੱਥੇ ਤੱਕ ਗੁਣਾਂ ਤੇ ਔਗਣਾਂ ਦੀ ਗੱਲ ਹੈ, परमेश्वर दे जिहड़े गुण उन्हां दा कोई अंत नहीं पा सकदा। समुंदर दी न्याई है, जिवें समुंदर च पानी दा कोई तोल नाप नहीं हुंदा, वाहिगुरू दे गुणां दा भी तोल नाप है नहीं, कोई गिणती मिणती नहीं है कि किन्ने गुण उहदे। बेसुमार बेअंत स्वामी कहे ना, जेवा एक कवन गुण कही है। बेसुमार बेअंत स्वामी तेरो अंत न किने। ते वाहिगुरू दा तां गुणा करके अंत नहीं है, ते जीव दा औगणा करके अंत नहीं है। दो चीज़ां बेअंत ने, साडे औगण बेअंत ने, परमात्मा दे गुण बेअंत। असल दे विच गुण जीव च है ही नहीं, किसी च नहीं है। परमात्मा दे विच सारे गुण ने, जीव दे सारे औगण ने। हाँ एक गल है,
वो अपने उस महान खजाने दे विचों किते थोड़ा बहुत किसी नूं कोई गुण दे दिंदा है, ये दात है उहदी। पर जदों दात लैके ये महसूस करता भी मेरे च गुण है, वो गुण भी मलीनता नूं प्राप्त हो जाए। तेरा तो है ही नहीं सी, गुण तो रब्बी दात है, औगण जीव की कमजोरी है, गुण परमात्मा की दात है। इस करके कदे भी अपने गुण के उत्ते हंगता नहीं फुरनी चाहिए, क्योंकि साडा है ही नहीं। हाँ औगण है, इस करके औगण जिन्ने मर्जी न, ये भी गल है, जेता समुंद सागर नीर भरिया ते औगण हमारे, दया करो कुछ मेहर पावो टुभदे पत्थर। गुरु गोबिंद सिंह साहब की रचना दे विच जदों थोड़ा जिहा भी एक दिन सोते ही जदों देखा कि सतगुरु महाराज कहते न कि अफल गुनाह है कि साहन साह है, कि कारण कुनिंद है कि रोजी देहंद है। ये जाप साहब दे विच महाराज का बचन है। ਉਹਦਾ मतलब की है कि हे वाहिगुरु कि अफल गुनाह तू ऐसा है, गुनाहां नू माफ करन वाला है। अफल गुनाह है फारसी दे शब्द ने, तू गुनाह नू माफ करन वाला है। जाप साहब दे एक एक पद दे अंदर बड़ा ज्ञान ते प्यारा ज्ञान रखा। दाता असीं औगणां वाले हाँ, ते सच्ची गल है भी जदों ध्यान दे नाल पढ़ीए तुक थोड़ा जिहा हौसला जिहा वध गया भी दाता चलो गुण तो नहीं है साडे च कोई, ते किसी खाते च तां पए औगण तां हैगे, फिर ते औगणां नूं तूं माफ करन वाला है। इत्थे आके भी दो तरह की विचार है। एक गुनाह करन वाला नास्तिक है, रब नूं नहीं मनदा, ਉਹਦੇ गुनाह कदी भी माफ नहीं होंगे। एक गुनाह करन दा कहंदे दाता बेवस हो के हो गया, मेरे वस नहीं रहा, मैनू पश्चाताप है कि क्यों होया मेरे कोलों गुनाह। ਉਹਦੇ गुण दे दिंदा ते औगण ਉਹਦੇ कोलों लै लैंदा, कहंदे कोई बात नहीं। जिवें बच्चे दे औगण माता पिता माफ कर देंदे है, सुत अपराध करते है जेते जननी चेतना रागस ते राम आइया हों बारक तेरा, असीं भी तेरे बच्चे हैं महाराज, काहे न खंड सऊ। मान नाल कहा खंडूगा कौन जे तू नहीं खंडे। तो इस करके है कि ऐसा वाहिगुरु है जिहड़ा गुनाहां नूं बख्शण वाला है, कि अफूल गुनाह है, गुनाह उसके सगल आफू तू उन्होंने बख्श देंदा, बख्शिंदा है। इस करके तो वो तो इन्ना ही देखता है कि मेरी शरण विच आ गया, बस इतने काफी है, बाकी कुछ नहीं देखता। इस्लाम दे विच बहुत सारियां बड़मुलियां गल्लां हैं। ਉਹਦੇ ਇੱਕ बड़मुली बात है भी मुहम्मद साहब ਨੂੰ ਪੁੱਛਿਆ ਸੀ, ਉਹਦੇ उम्मत ਦੇ ਲੋਕਾਂ ਨੇ ਇਕੱਠੇ ਹੋ ਕੇ कि हजूर ये दसो भी जिन्हें जीव ने औगण कीते है, गुनाह कीते है, इन्हां दे नाल तां दोजकां च सड़ना पेगा, छुटकारा ही नहीं हो सकता, कोई ऐसा उपाय है जिहदे नाल कुछ उपाय हो सके। कहंदे हाँ ऐसा है, गुनाहां दी सज़ा ना होवे, कहंदे हाँ ऐसा हैगा। ये कहंदे जी दसो, कहंदे भी जिस दिन कोई बंदा अपने गुनाहां तो तौबा कर लवे, ये शब्द लिखे गुनाहां तो तौबा कर लवे कि ऐ खुदा मैं तेनू जामन लैके एक वादा कर दें तेरे नाल, अज तक जो हो गया, अज तो बाद मैं कोई गुनाह नहीं करांगा। मुहम्मद साहब कहंदे खुदा उसे क्षण उहदे पिछले सारे औगण बख्श देंदा। और इसे गल नूं गुरु ग्रंथ साहिब दे अंदर इउं कहा है, पिछले औगण बख्श ले प्रभ आगे मारू पावे। थोड़े थोड़े फर्क नाल ये ज्ञान कुछ शब्दों के थोड़े बहुत फर्क दे नाल उही सिद्धांत जिहड़ा है, सतपुरुषां 100 सियाणे एक मत, मूर्खां आपो आप। तो इस करके गुण तो उसे दिन साचे गुण गावे, सच समावे, जिहड़ा वाहिगुरु दे गुण गाउंदा है ते उहदे विच समा जांदा है। गुणां ते औगणां दा चिंतन उही प्रभाव पाउंदा है। किसी का औगण चित भी नहीं चलाया हो, थोड़ा मन मैला हो जाएगा तो मन उस तरह की हरकत में आ जाएगा।
ਤੁਹਾਡਾ ਖੁਦ ਜੀ ਕਰਨ ਲੱਗ ਜਾਏਗਾ। ਕਿਸੇ ਦੇ ਔਗਣ ਦੇਖਦਾ ਦੇਖਦਾ, ਕਿਸੇ ਦੇ ਔਗਣ ਫੜਦਾ ਫੜਦਾ, ਕਿਸੇ ਦੇ ਔਗਣ ਫੋਲਦਾ ਫੋਲਦਾ ਖੁਦ ਵੀ ਗੁਨਾਹਗਾਰ ਬਣ ਜਾਂਦਾ ਹੈ। ਬਿਹਤਰ ਹੈ ਕਿਸੇ ਦੇ ਔਗਣ ਕਿਸੇ ਲਈ ਰਹਿਣ ਦਿਓ, ਤੁਹਾਡਾ ਕੋਈ ਲੈਣ ਦੇਣ ਨਹੀਂ। ਸਾਂਝ ਕਰੀ ਜਾਏ ਗੁਣੇਗਾਰੀ, ਗੁਣਾਂ ਦੀ ਸਾਂਝ ਕਰ ਲੈਣੀ, ਇਹ ਸਾਨੂੰ ਗੁਰੂ ਨਾਨਕ ਦਾ ਕਰ ਸਿਖਾਉਂਦਾ ਹੈ। ਇਸ ਕਰਕੇ ਫਿਰ ਉਹ ਗੁਣ ਕਥਨ ਕਰਨ ਦੇ ਨਾਲ ਮਾੜੇ ਤੋਂ ਮਾੜੇ ਬੰਦੇ ਵਿੱਚ ਵੀ ਕੋਈ ਨਾ ਕੋਈ ਗੁਣ ਹੈ, ਬਸ ਉਹ ਚੁਣ ਲਓ। ਜਿਹੜੀ ਡਾਲੀ ਐਨ ਕੰਡਿਆਂ ਦੀ ਭਰੀ ਹੋਈ ਹੈ, ਕਿਤੇ ਨਾ ਕਿਤੇ ਫੁੱਲ ਉਹਨੂੰ ਵੀ ਹੈ, ਫੁੱਲ ਤੋੜ ਲਓ, ਕੰਡਿਆਂ ਦੇ ਕੀ ਲੈਣੇ। ਤੋ ਇਸ ਪ੍ਰਕਾਰ ਹੈ ਗੁਣਾਂ ਦੀ ਵਿਆਖਿਆ ਕਰਨ ਵਾਲਾ, ਉਹਦੇ ਵਿੱਚ ਗੁਣ ਪ੍ਰਵੇਸ਼ ਕਰ ਜਾਂਦੇ ਨੇ, ਔਗਣਾਂ ਦੀ ਵਿਆਖਿਆ ਕਰਨ ਵਾਲੇ ਦੇ ਉਹਦੇ ਅੰਦਰ ਔਗਣ ਪ੍ਰਵੇਸ਼ ਕਰ ਜਾਂਦੇ ਨੇ। ਇਸ ਕਰਕੇ ਪਰਮੇਸ਼ਰ ਦੇ ਗੁਣ ਗਾਉਣ ਦੀ ਸਾਨੂੰ ਆਗਿਆ ਹੈ ਹਰ ਵੇਲੇ, ਰੱਬ ਦੇ ਗੁਣ ਗਾਉਣ ਦੀ, ਰੱਬ ਦੇ ਨਾਮ ਦੇ ਗੁਣ ਗਾਉਣ ਦੀ, ਨਾਮ ਜਪਣ ਵਾਲਿਆਂ ਦੇ ਗੁਣ ਗਾਉਣ ਦੀ, ਤੇ ਉਹਦੇ ਨਾਲ ਗੁਣ ਵੱਧਦੇ ਆ। ਔਗਣਾਂ ਦੀ ਚਰਚਾ ਕਰਨਾ ਔਗਣ ਵੱਧਦੇ ਆ, ਤੇ ਗੁਣ ਕਹਿਣ ਵਾਲਾ ਉਹਦੇ ਵਿੱਚ ਸਮਾ ਜਾਂਦਾ ਹੈ। ਵਾਹਿਗੁਰੂ ਦੇ ਸੱਚੋ ਵੇਖੈ ਸਭ ਸੋਈ, ਤੇ ਉਹ ਫਿਰ ਜਦੋਂ ਸੱਚ ਵਿੱਚ ਸਮਾ ਗਿਆ, ਉਹਦੇ ਕੋਲ ਇੱਕ ਦ੍ਰਿਸ਼ਟੀ ਆ ਜਾਂਦੀ ਹੈ, ਜਿਹੜਾ ਸਾਰੀ ਜਗ੍ਹਾ ਫਿਰ ਸੱਚ ਸਰੂਪ ਵਾਹਿਗੁਰੂ ਨੂੰ ਵੇਖਦਾ ਹੈ। ਜਤਰ ਜਤਰ ਮਨੋ ਜਾਤੀ, ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਹ ਉਹਦੀ ਦ੍ਰਿਸ਼ਟੀ ਹੋ ਜਾਂਦੀ ਹੈ। ਤੇ ਇਸ ਪ੍ਰਕਾਰ ਫਿਰ ਦ੍ਰਿਸ਼ਟੀ ਬਦਲ ਗਈ, ਸ੍ਰਿਸ਼ਟੀ ਬਦਲ ਗਈ। ਦ੍ਰਿਸ਼ਟ ਸ੍ਰਿਸ਼ਟਵਾਦ ਕਹਿੰਦੇ ਨੇ ਇਸ ਨੂੰ। ਤੋ ਇਸ ਕਰਕੇ ਹੈ, ਉਹ ਕਹਿੰਦੇ ਕੋਈ ਪ੍ਰਜਾਪਤ ਘੁਮਿਆਰ ਭਾਂਡੇ ਕੱਢਦਾ ਸੀ। ਇਹ ਪੁਰਾਣੇ ਸਮੇਂ ਉਹਨਾਂ ਦੇ ਕੋਲ ਆਵੇ ਹੁੰਦੇ ਸੀ, ਉਹਦੇ ਜਿਹੜੇ ਭਾਂਡਿਆਂ ਦੀ ਜ਼ਿਆਦਾ ਡਿਮਾਂਡ ਹੁੰਦੀ ਸੀ ਉਹ ਬਣਾ ਲੈਂਦੇ ਸੀ। ਵਿਚਾਰੇ ਰੋਜੀ ਰੋਟੀ ਹੈ, ਮਿੱਟੀ ਦੇ ਭਾਂਡੇ ਪਕਾ ਕੇ ਉਹ ਵੇਚਦੇ। ਉਹਦੇ ਘਰ ਵਾਲੀ ਬੜੀ ਸੂਝਵਾਨ ਸੀ, ਉਹ ਰੋਟੀ ਲੈ ਕੇ ਆਈ। ਉਹਨੇ ਘੁਮਿਆਰ ਨੇ ਜੇ ਆਟਾ ਗੁੰਨ ਕੇ ਨਾ ਚੰਗੀ ਤਰ੍ਹਾਂ, ਜਿਵੇਂ ਆਟਾ ਗੁੰਨੀ ਤਾਂ ਐ ਮਿੱਟੀ ਗੁੰਨ ਕੇ ਰੱਖੀ ਹੋਈ ਸੀ, ਅਜੇ ਚੱਕਦੇ ਨਹੀਂ ਸੀ ਚਾੜੀ, ਇੰਨੇ ਨੂੰ ਰੋਟੀ ਆ ਗਈ। ਉਹਨੇ ਕਿਹਾ ਚਲੋ ਪਹਿਲਾਂ ਰੋਟੀ ਖਾ ਲਈਏ ਤੇ ਪ੍ਰਸ਼ਾਦਾ ਛਕ ਕੇ ਫਿਰ ਆਪਾਂ ਉਹ ਤੋਂ ਬਾਅਦ ਕਾਰਸ਼ ਕੋਲੇ। ਪ੍ਰਸ਼ਾਦਾ ਜਦੋਂ ਛਕਣ ਲੱਗਿਆ, ਅੱਗੇ ਕਦੀ ਨਹੀਂ ਪੁੱਛਿਆ। ਉਹਦੇ ਘਰ ਵਾਲੀ ਕਹਿੰਦੀ ਹੈ, ਹੇ ਪਤੀ ਦੇਵ, ਇਹ ਕਿਹੜੇ ਭਾਂਡੇ ਬਣਾਉਣ ਲੱਗੇ? ਉਹ ਕਹਿੰਦਾ ਵੀ ਅੱਜ ਤੱਕ ਤੂੰ ਕਦੇ ਪੁੱਛਿਆ ਨਹੀਂ। ਕਹਿੰਦੀ ਅੱਜ ਵੀ ਕੁਦਰਤੀ ਉਹ ਮੇਰੇ ਮਨ 'ਚ ਆ ਗਿਆ ਵੀ ਤੁਸੀਂ ਤਿਆਰੀ ਕੀਤੀ ਹੈ, ਵੀ ਮੈਂ ਤਾਂ ਸੁਤੇ ਪਿਛਿਆ ਵੀ ਬਣਾਉਣੇ ਤਾਂ ਤੁਸੀਂ, ਮੈਂ ਤਾਂ ਰੋਟੀਆਂ ਪਕਾਉਣ ਵਾਲੀ। ਕਹਿੰਦਾ ਭਾਗਾਂ ਵਾਲੀ ਇਹ ਚਿਲਮਾ ਬਣਾਉਂਗਾ ਮੈਂ। ਉਹ ਕਹਿੰਦੀ ਚਿਲਮਾ ਬਣਾਏਗਾ? ਕਿਉਂ? ਬਾਕੀ ਭਾਂਡੇ ਕਿਉਂ ਨਹੀਂ, ਚਿਲਮਾ ਕਿਉਂ? ਕਹਿਣ ਲੱਗਾ ਭਾਗਾ ਵਾਲੀਏ, ਆਪਣੇ ਵਾਸਤੇ ਤਾਂ ਭਾਂਡੇ ਨੇ, ਚਾਹੇ ਚਿਲਮ ਹੈ, ਚਾਹੇ ਕੁੱਜਾ ਹੈ, ਚਾਹੇ ਕੋਈ ਦਧੌੜੀ ਹੈ, ਚਾਹੇ ਘੜਾ ਹੈ, ਵੀ ਆਪਣਾ ਤਾਂ ਜਿਹੜੀ ਡਿਮਾਂਡ, ਹੁਣ ਲੋਕ ਚਿਲਮਾਂ ਬਹੁਤ ਪੀਣ ਲੱਗ ਗਏ, ਤੰਬਾਕੂ ਪੀਣ ਲੱਗੇ, ਇਸ ਕਰਕੇ ਇਹਦੀ ਡਿਮਾਂਡ ਜ਼ਿਆਦਾ। ਆਪਣੀ 4 ਪੈਸੇ ਬਚ। ਕਹਿੰਦੀ ਨਾ ਪਤੀ, ਮੈਂ ਤੇਰੇ ਅੱਗੇ ਹੱਥ ਜੋੜਦੀ ਹਾਂ ਵੀ ਇਹ ਕੰਮ ਨਾ ਕਰ। ਅੱਜ ਤੱਕ ਤੈਨੂੰ ਕਦੀ ਨਹੀਂ ਰੋਕਿਆ, ਪਰ ਅੱਜ ਰੋਕਦੀ ਹਾਂ, ਚਿਲਮਾਂ ਨਾ ਬਣਾ। ਕਹਿੰਦਾ ਚੱਲ ਭਾਗਾਂ ਵਾਲੀਏ ਤੇਰੀ ਗੱਲ ਮੰਨ ਲਈ, ਪਰ ਬਣਾਵਾਂ ਕੀ? ਕਹਿੰਦੀ ਸੁਰਾਹੀਆਂ ਬਣਾ ਦੇ, ਮੂਹਰੇ ਗਰਮੀ ਆ ਰਹੀ ਹੈ। ਦੇਖ ਇਹ ਵਿਚਾਰੀ ਮਿੱਟੀ ਜਿਹੜੀ ਹੈ, ਚਿਲਮ ਦੇ ਵਿੱਚ ਅੱਗ ਪਾ ਕੇ ਉਹ ਤਪਾ ਕੇ ਰੱਖਣਗੇ ਹਰ ਵੇਲੇ। ਇਹ ਮਿੱਟੀ ਵੀ ਤੈਨੂੰ ਦਰਸੀਸਾਂ ਦਊਗੀ ਵੀ ਦੇਖ ਮੈਨੂੰ ਕਿਹੇ ਜੇ ਬੰਦੇ ਨਾਲ ਉਹਦੇ 'ਚ ਜ਼ਹਿਰ ਪਾ ਪਾ ਕੇ ਪੀਣੀ, ਤੂੰ ਸੁਰਾਹੀ ਬਣਾ ਦੇ ਤੇ ਇਹਦੇ ਵਿੱਚ ਫਿਰ ਪਾਣੀ ਪੀ ਪੀ ਕੇ ਪੀਣਗੇ ਤੇ ਮਿੱਟੀ ਵੀ ਠੰਡੀ ਹੋਊਗੀ। ਉਹ ਕਹਿੰਦਾ ਵੀ ਚੱਲ ਭਾਗਾਂ ਵਾਲੀਏ ਜੋ ਤੂੰ ਕੀ ਹੈ। ਰੱਬ ਨੂੰ ਇਹ ਗੱਲ ਮਨਜ਼ੂਰ ਹੋ ਗਈ ਉਸ ਸਤਵੰਤੀ ਦੀ। ਜਦੋਂ ਮਿੱਟੀ ਨੂੰ ਹੱਥ ਪਾਇਆ ਤੇ ਆਵਾਜ਼ ਆਈ, ਘੁਮਿਆਰ ਤੇਰਾ ਧੰਨਵਾਦ, ਧੰਨਵਾਦ, ਧੰਨਵਾਦ। ਉਹ ਡਰ ਗਿਆ, ਉਹਨੇ ਕਿਹਾ ਕੋਈ ਬਲਾ ਹੈ। ਉਹ ਇਹ ਕੌਣ ਹੈ ਤੂੰ? ਉਹ ਨਿਰੰਕਾਰ ਬੋਲਿਆ, ਮੈਂ ਮਿੱਟੀ ਹਾਂ, ਹੋਰ ਕੌਣ? ਮਿੱਟੀ ਤਾਂ ਕਦੀ ਬੋਲਦੀ ਨਹੀਂ ਹੁੰਦੀ। ਇੰਨੀ ਦੇਰ ਹੋ ਗਈ ਮੇਰੇ ਬਾਪ ਦਾਦੇ ਘੁਮਿਆਰਾਂ ਦਾ ਕੰਮ ਕਰਦੇ ਆਇਆ ਤੇ ਮੈਨੂੰ ਕਦੇ ਆ ਕਿਸ ਤਰ੍ਹਾਂ? ਐਸੇ ਵੀ ਧੰਨਵਾਦ ਕਿਸ ਗੱਲ ਦਾ? ਕਹਿੰਦੇ ਹੇ ਘੁਮਿਆਰ ਸੁਣ, ਤੇਰੇ ਵਿਚਾਰ ਬਦਲੇ ਤੇ ਮੇਰਾ ਸੰਸਾਰ ਬਦਲ ਗਿਆ। ਤੇਰੇ ਵਿਚਾਰ ਬਦਲਣ ਦੇ ਨਾਲ ਮੇਰਾ ਸੰਸਾਰ ਬਦਲ ਗਿਆ। ਮੈਂ ਚਿਲਮ ਬਣਦੀ ਬਣਦੀ ਸੁਰਾਹੀ ਬਣ ਗਈ ਹਾਂ। ਬਸ ਮੈਂ ਇਸ ਕਰਕੇ ਤੇਰਾ ਧੰਨਵਾਦ ਕੀਤਾ। ਵਿਚਾਰ ਜਦੋਂ ਬਦਲਦੇ, ਬਸ ਬੰਦਾ ਉਦੋਂ ਬਦਲਦਾ ਹੈ
ਬਾਹਰ ਦੇ ਪਹਿਰਾਵੇ ਨਾਲ ਨਹੀਂ ਬਦਲਦਾ। ਸੋ ਇਸ ਕਰਕੇ ਜਿਹੜੇ ਉਸ ਪਰਮੇਸ਼ਰ ਵਾਹਿਗੁਰੂ ਦੇ ਗੁਣ ਗਾਉਂਦੇ ਉਹਦੇ ਵਿੱਚ ਹੀ ਸਮਾ ਜਾਂਦੇ ਨੇ, ਉਹਦਾ ਸਰੂਪ ਹੀ ਹੋ ਜਾਂਦੇ ਹਨ ਜੀ। ਨਾਨਕ ਸਾਚਾ ਸਾਹਿਬ ਸਾਚੇ ਨਾਈ। ਨਾਈ ਹੈ ਸਿਫਤਾਂ ਦਾ ਨਾਮ, ਸਾਚਾ ਸਾਹਿਬ ਸਾਚ ਨਾਏ, ਇਹ ਉਹੀ ਸਿਧਾਂਤ ਹੈ। ਤੇ ਉਹ ਸਾਹਿਬ ਮਾਇਆ ਬਿਰਤੀ ਦੁਆਰਾ ਸਾਹਿਬ ਕਹਿੰਦੇ ਨੇ ਉਸ ਨੂੰ। ਨਾਨਕ ਸਾਚਾ ਸਾਹਿਬ ਸਾਚੀ ਨਾਈ, ਉਹ ਮਾਲਕ ਵੀ ਸੱਚਾ ਤੇ ਉਹਦੀਆਂ ਸਿਫਤਾਂ ਵੀ ਸੱਚੀਆਂ। ਸੰਸਾਰ ਦੇ ਸਾਹਿਬ ਵੀ ਝੂਠੇ ਤੇ ਉਹਨਾਂ ਦੀਆਂ ਸਿਫਤਾਂ ਵੀ ਐਵੇਂ ਖੁਜ਼ਾਮਤੀ ਲੋਕ ਕਰਦੇ ਆ। ਤੇ ਇਸ ਕਰਕੇ ਬੜਾ ਕੁਛ ਦੇਖਿਆ, ਮੈਂ ਖੁਦ ਆਪਣੀ ਜ਼ਿੰਦਗੀ ਦੇਖਿਆ। ਇੱਕ ਪਖੰਡੀ ਨੂੰ ਮੇਰੇ ਦੇਖਦੀ ਦੀ ਗੱਲ ਹੈ, ਅਜੇ ਉਹਦੇ ਦੇ ਚੇਲੇ ਵੀ ਜਿਉਂਦੇ ਨੇ ਤੇ ਆਪ ਵੀ ਜਿਉਂਦਾ ਹੈ। ਉਹ ਕਿਹਾ ਕਰਨ, ਕਹਿੰਦੇ ਗੁਰੂ ਗੋਬਿੰਦ ਸਿੰਘ ਆ ਗਿਆ। ਤਾਂ ਉਹ ਕਿਹਾ ਬਈ ਤੂੰ ਮੂੰਹ ਸੰਭਾਲ ਕੇ ਤਾਂ ਬੋਲ, ਗੁਰੂ ਗੋਬਿੰਦ ਸਿੰਘ ਤੇ ਕਿੱਥੇ ਇਹ? ਨਹੀਂ ਜੀ ਨਹੀਂ, ਗੁਰੂ ਗੋਬਿੰਦ ਸਿੰਘ। ਚਲੋ ਜੀ, ਇੱਕ ਸਮਾਂ ਬਦਲਿਆ, ਗੰਦੀਆਂ ਪੇਂਡੂ ਮਾਵਾਂ ਤੇ ਭੈਣਾਂ ਦੀਆਂ ਗਾਲਾਂ ਕੱਢਦਾ ਸੁਣਿਆ ਗਿਆ ਉਹ ਬੰਦਾ। ਉਹ ਮੈਂ ਕਿਹਾ ਗੱਲ ਸੁਣ, ਤੂੰ ਕਿੱਥੇ ਠੀਕ ਹੈ? ਕੱਲ ਤੂੰ ਕਹਿੰਦਾ ਸੀ ਗੁਰੂ ਗੋਬਿੰਦ ਸਿੰਘ ਤੇ ਹੁਣ ਭੈਣਾਂ ਦੀਆਂ ਗਾਲਾਂ ਕੱਢ ਰਹੇ, ਤੇਰੀਆਂ ਦੋਨੇ ਗੱਲਾਂ ਗਲਤ ਹਨ। ਜਦੋਂ ਤੂੰ ਕਹਿੰਦਾ ਸੀ ਗੁਰੂ ਗੋਬਿੰਦ ਸਿੰਘ ਉਦੋਂ ਵੀ ਗਲਤ ਸੀ ਤੂੰ, ਤੇ ਹੁਣ ਜਿਹੜੀਆਂ ਗਾਲਾਂ ਕੱਢਦੇ ਇਹ ਵੀ ਗਲਤ। ਜੇ ਉਹ ਮਾੜਾ ਇਹਨੂੰ ਮਾੜਾ ਰਹਿਣ ਦੇ, ਤੇਰੀ ਵੀ ਤਾਂ ਗਲਤੀ ਸੀ। ਜਿਹੜਾ ਗੁਰੂ ਗੋਬਿੰਦ ਸਿੰਘ ਕਹਿੰਦਾ ਹਾਂਜੀ ਮੇਰੀ ਗਲਤੀ ਸੀ। ਉਹ ਇਸ ਪ੍ਰਕਾਰ ਹੈ। ਤੇ ਪਰ ਪਰਮਾਤਮਾ ਆਪ ਸੱਚਾ ਹੈ, ਉਹਦੀਆਂ ਵਡਿਆਈਆਂ ਵੀ ਸੱਚੀਆਂ ਹਨ। ਉਹਦਾ ਕੋਈ ਔਗੁਣ ਨਹੀਂ ਪ੍ਰਗਟ ਹੋ ਸਕਦਾ। ਜਿੱਦਾਂ ਸੰਸਾਰ ਬਣਿਆ ਉਹਦੇ ਗੁਣ ਹੀ ਪ੍ਰਗਟ ਹੋ ਰਹੇ ਨਿਰੰਕਾਰ ਦੇ, ਔਗੁਣ ਹੈ ਹੀ ਨਹੀਂ ਉਹਦੇ ਵਿੱਚ। ਜਿਹੜਾ ਉਹਦੇ ਨਾਲ ਜੁੜ ਜਾਂਦਾ ਉਹਦੇ ਚ ਵੀ ਨਹੀਂ ਰਹਿੰਦਾ ਔਗੁਣ। ਇਹ ਤਾਂ ਇੱਕ ਪਾਸੇ ਰਿਹਾ। ਸੰਤ ਬਾਬਾ ਅਜੀਤ ਸਿੰਘ ਜੀ ਨਸਲਪੁਰ ਵਾਲੇ ਇੱਕ ਮਹਾਂਪੁਰਸ਼ ਹੋਏ ਹੈ, 120 ਵਰ੍ਹੇ ਦੇ ਹੋ ਕੇ ਸੰਸਾਰ ਤੋਂ ਗਏ ਨਾ। ਉਹਨਾਂ ਦੀ ਪਿਛਲੀ ਜ਼ਿੰਦਗੀ ਦੱਸਦੇ ਹਿੱਸੇ ਆਈ ਕੁਝ। ਬਹੁਤ ਵੱਡੇ ਮਹਾਂਪੁਰਸ਼ ਹਨ। ਖੇਤ ਤੋਂ ਘਰ, ਘਰ ਤੋਂ ਖੇਤ, ਕੋਈ ਪਬਲਿਸਿਟੀ ਨਹੀਂ ਹੈ। ਪਰ ਇੱਕ ਗੱਲ ਪ੍ਰਤੱਖ ਸੀ, ਉਹਨਾਂ ਦੇ ਕੋਲ ਬਹਿਣ ਦੇ ਨਾਲ ਕੋਈ ਬਚਨ ਨਾ ਕਰਦੇ ਮਹਾਂਪੁਰਸ਼। ਉਹਨਾਂ ਦੇ ਕੋਲ ਬਹਿਣ ਦੇ ਨਾਲ ਮਨ ਦੇ ਮੰਦੇ ਫੁਰਨੇ ਮਿਟ ਜਾਂਦੇ ਸੀ। ਵਾਹਿਗੁਰੂ ਮੰਤਰ ਦਾ ਜਾਪ ਆਪਣੇ ਆਪ ਚੱਲ ਪੈਂਦਾ ਸੀ, ਸੈਂਕੜਿਆਂ ਨਹੀਂ ਪਤੇ। ਉਹਨਾਂ ਦੇ ਅੰਦਰ ਇਕਾਗਰਤਾ ਦੀਆਂ ਊਰਜਾਂ ਜਿਹੜੀਆਂ ਉਹ ਦੂਸਰੇ ਤੇ ਪ੍ਰਭਾਵ ਪਾਉਂਦੀਆਂ ਸਨ। ਇਸ ਕਰਕੇ ਹੈ ਤੇ ਗੁਣਾਂ ਵਾਲਿਆਂ ਦੇ ਕੋਲ ਬਹਿਣ ਦਾ ਵੀ ਬਹੁਤ ਵੱਡਾ ਲਾਭ ਹੈ। ਸੰਗਤ ਦੇ ਵਿੱਚ ਪਤਾ ਨਹੀਂ ਕਿੱਡੀ ਕੋਈ ਕਮਾਈ ਵਾਲਾ ਬੈਠਾ ਹੋਵੇ, ਉਹਦੀ ਇਕਾਗਰਤਾ ਦਾ ਹਿੱਸਾ ਤੁਹਾਨੂੰ ਮਿਲਣਾ ਹੀ ਮਿਲਣਾ। ਤੁਹਾਡੇ ਔਗਣ ਦਬ ਜਾਣਗੇ ਸੰਗਤ ਦੇ ਵਿੱਚ, ਗੁਣ ਛਾ ਜਾਣਗੇ ਉਹਦੇ ਵਿੱਚ। ਇਸ ਕਰਕੇ ਮਿਲ ਸਾਧ ਸੰਗਤ ਭਜ ਕੇਵਲ ਨਾਮ ਕਿਹਾ। ਹਾਂਜੀ ਅੱਗੇ ਸੱਚ ਨਿਸਤਾਰਾ ਹੋਈ। ਤੇ ਉਹ ਸੱਚੇ ਵਾਹਿਗੁਰੂ ਦੇ ਨਾਮ ਜਪਣ ਦੇ ਨਾਲ ਨਿਸਪਰਪੰਚ ਤੋਂ ਉਤਾਰਾ ਹੋ ਜਾਂਦਾ ਹੈ, ਤਰ ਜਾਂਦਾ ਹੈ। ਸਾਚੇ ਸਤਿਗੁਰ ਸਾਚ ਬੁਝਾਇਆ। ਸੱਚੇ ਸਤਿਗੁਰਾਂ ਨੇ ਸੱਚੇ ਵਾਹਿਗੁਰੂ ਦੇ ਸੱਚੇ ਗਿਆਨ ਨੂੰ ਜਣਾ ਦਿੱਤਾ ਹੈ, ਸਿੱਖ ਨੂੰ ਜਣਾ ਦਿੱਤਾ ਹੈ। ਪਤ ਰਾਖੀ ਸੱਚੇ ਸੋਈ ਰਾਮ। ਤੇ ਉਹਨਾਂ ਦੀ ਪਤ ਜਿਹੜੀ ਇੱਜ਼ਤ ਹੈ ਉਹ ਰਾਮ ਪਰਮੇਸ਼ਰ ਵਾਹਿਗੁਰੂ ਨੇ ਦੇ ਰੱਖ ਦਿੱਤੀ ਹੈ। ਸੱਚ ਸੋਈ ਸੋਈ ਉਸ ਅਕਾਲ ਪੁਰਖ ਵਾਹਿਗੁਰੂ ਸੱਚ ਸਰੂਪ ਹੈ। ਜੋ ਸ਼ਰਨ ਆਵੇ ਤਿਸ ਕੀ ਪਤ ਰਾਖੈ, ਜਾਏ ਪੁੱਛੋ ਵੇਦ ਪੁਰਾਣੀ ਹੈ। ਜਿਹਨੂੰ ਮਰਜ਼ੀ ਪੁੱਛ ਲਓ, ਵੇਦਾਂ ਪੁਰਾਣਾ ਸਾਰੀਆਂ ਗੱਲਾਂ ਲਿਖੀਆਂ। ਹਾਂਜੀ ਅੱਗੇ ਦੱਸਦੇ ਨੇ। ਸੱਚਾ ਭੋਜਨ ਭਾਉ ਸੱਚਾ ਹੈ। ਸੱਚਾ ਭੋਜਨ ਅਖੰਡ ਕੀਰਤਨ ਤਿਨ ਭੋਜਨ ਚੂਰਾ। ਤੇ ਸੱਚਾ ਹੀ ਉਹਨਾਂ ਦਾ ਭਾਵ ਪ੍ਰੇਮ ਹੈ ਜਿਹੜਾ, ਇਹ ਵੀ ਸੱਚਾ ਹੈ। ਨਾਮ ਦਾ ਹੀ ਭੋਜਨ ਹੈ ਉਹਨਾਂ ਦਾ, ਸੱਚਾ ਹੀ ਭੋਜਨ ਹੈ ਜੀ। ਸੱਚੇ ਨਾਮ ਸੁਖ ਹੋਈ ਰਾਮ। ਰਾਮ ਰਮੇ ਹੋਏ ਪਰਮਾਤਮਾ ਦੇ ਨਾਮ ਨੂੰ ਜਪ ਕੇ ਉਹਨਾਂ ਨੂੰ ਸਦੀਵ ਕਾਲ ਦਾ ਸੁਖ ਪ੍ਰਾਪਤ ਹੋ ਗਿਆ ਹੈ। ਸਾਚੇ ਨਾਮ ਸੁਖ ਹੋਈ ਮਰੇ ਨਾ ਕੋਈ। ਸੱਚੇ ਨਾਮ ਜਪਣ ਦੇ ਨਾਲ ਸਦੀਵ ਸੁਖ ਪ੍ਰਾਪਤ ਹੋ ਗਿਆ। ਜੋ ਨਾਮ ਦੇ ਨਾਲ ਜੁੜਿਆ ਪ੍ਰਭ ਕੈ ਸਿਮਰਨ ਕਾਲ ਪਰ ਹਰੈ। ਉਹ ਮਰੈ ਨਾ ਕੋਈ, ਕੋਈ ਵੀ ਨਹੀਂ ਮਰਦਾ। ਸਾਖਤ ਮਰੈ ਸੰਤ ਸਭ ਜੀਵੈ। ਤੇ ਇਸ ਪ੍ਰਕਾਰ ਫਿਰ ਅਮਰ ਹੋ ਜਾਂਦੇ ਹਨ। ਗਰਭ ਨਾ ਜੋਨੀ ਵਾਸਾ। ਨਾ ਮਾਤਾ ਦੇ ਉਦਰ ਗਰਭ ਦੇ ਵਿੱਚ ਉਹਦਾ ਵਾਸਾ ਹੁੰਦਾ ਹੈ, ਨਾ 84 ਲੱਖ ਜੂਨਾਂ ਚ ਧੱਕੇ ਖਾਂਦੇ ਹਨ। ਜੋਤੀ ਜੋਤ ਮਿਲਾਈ
ਸਚ ਸਮਾਈ। ਜੋਤੀ ਪਰਮੇਸ਼ਰ ਦੀ ਜੋਤ ਵਿੱਚ ਉਹਨਾਂ ਦੀ ਜੋਤ ਗੁਰੂ ਸਾਹਿਬ ਨੇ ਮਿਲਾ ਦਿੱਤੀ ਹੈ। ਸੱਚ ਸਰੂਪ ਪਰਮੇਸ਼ਰ ਦੇ ਵਿੱਚ ਉਹਨਾਂ ਦੀ ਸਮਾਈ ਹੋ ਗਈ। ਦੋ ਜੋਤੀ ਜੋਤ ਸ਼ਬਦ ਆ ਗਿਆ, ਕਈ ਥਾਂ ਤੇ ਆਏਗਾ। ਇੱਕ ਤਾਂ ਹੈਗੀ ਅਦਵੈ ਆਨੰਦ ਸਰੂਪ ਜੋਤ, ਇੱਕ ਹੈਗੀ ਪਰਤਕ ਜੋਤ। ਇਹ ਦੋ ਜੋਤਾਂ ਨੂੰ ਸਮਝਣ ਦੀ ਲੋੜ। ਜਿਹੜੀ ਆਪਣੇ ਅੰਦਰ ਅੰਤਸਕਰਨ ਨੂੰ ਪ੍ਰਕਾਸ਼ਿਤ ਵਾਲੀ ਪਰਮਾਤਮਾ ਦੇ ਅੰਸ਼ ਹੈ ਨਾ, ਉਹ ਪਰਤਕ ਜੋਤ ਹੈ। ਪ੍ਰਤੀ ਵੱਖਰੇ ਵੱਖਰੇ ਅੰਤਸਕਰਨਾਂ ਦੇ ਅੰਦਰ ਪ੍ਰਕਾਸ਼ ਰਹੀ, ਨੂੰ ਪਰਤਕ ਜੋਤ ਕਹਿੰਦੇ। ਉਹ ਪਰਤਕ ਜੋਤ ਅਦਵੈ ਆਨੰਦ ਸਰੂਪ ਜਿਹੜਾ ਹੈ ਤਾਂ ਉਹਦਾ ਹਿੱਸਾ ਹੀ ਉਹਦਾ ਰੂਪ ਹੋ ਜਾਂਦੀ ਹੈ। ਇਹਨੂੰ ਕਹਿੰਦੇ ਜੋਤੀ ਨਾਲ ਜੋਤ ਮਿਲਣਾ। ਜੋਤੀ ਜੋਤ ਰਹੀ ਸੰਪੂਰਨ ਥੀ ਆ। ਤੇ ਇਸ ਕਰਕੇ ਜੋਤੀ ਜੋਤ ਮਿਲਾਈ, ਸੱਚ ਸਮਾਈ। ਸੱਚ ਵਾਹਿਗੁਰੂ ਵਿੱਚ ਸਮਾ ਗਏ। ਸੱਚ ਨਾਏ ਪਰਗਾਸਾ। ਸੱਚਾ ਨਾਮ ਜਪ ਕੇ ਉਹਨਾਂ ਨੂੰ ਪਰਗਾਸਾ। ਹੁਣ ਦੇਖੋ ਇੱਕ ਸ਼ਬਦ ਹੈ ਪਰਗਾਸਾ, ਪਰ ਭਾਸ਼ਾ ਦੋ ਵਰਤੀਆਂ ਨੇ ਮਹਾਰਾਜ ਨੇ। ਜਿਹੜਾ ਪਰ ਸ਼ਬਦ ਹੈ ਇਹ ਸੰਸਕ੍ਰਿਤ ਹੈ, ਜਿਹੜਾ ਗਾਸਾ ਸ਼ਬਦ ਹੈ ਗਾਸ, ਇਹ ਸਾਸੀ ਫਾਰਸੀ ਦਾ ਹੈ। ਤੇ ਇਹਦੇ ਵਿੱਚ ਫਾਰਸੀ ਦੇ ਗਾਸ ਜਿਹੜਾ ਸ਼ਬਦ ਹੈ ਉਹ ਆਕਾਸ਼ ਨੂੰ ਕਹਿੰਦੇ, ਤੇ ਪਰ ਵਿਸ਼ੇਸ਼ ਕਰਕੇ ਗਾਸ ਚਾਨਣੇ ਨੂੰ ਕਹਿੰਦੇ। ਫਾਰਸੀ ਦੇ ਗਾਸ ਚਾਨਣੇ ਨੂੰ ਕਹਿੰਦੇ, ਤੇ ਪਰ ਸੰਸਕ੍ਰਿਤ ਚ ਵਿਸ਼ੇਸ਼ ਕਰਕੇ ਗਾਸ ਚਾਨਣਾ ਕਿਹੜਾ ਬ੍ਰਹਮ ਗਿਆਨ ਦਾ ਵਿਸ਼ੇਸ਼ ਕਰਕੇ ਚਾਨਣਾ, ਉਹਨੂੰ ਪ੍ਰਗਾਸ ਕਹਿੰਦੇ। ਦੋ ਭਾਸ਼ਾ ਵਰਤੀਆਂ ਮਾਰੇ। ਤੇ ਇਸ ਕਰਕੇ ਹਿਰਦੇ 'ਚ ਉਹਨਾਂ ਦੇ ਪ੍ਰਕਾਸ਼ ਹੋ ਜਾਂਦਾ ਹੈ। ਆ ਜਿਹੜੇ ਨਕਲੀ ਪ੍ਰਕਾਸ਼ ਦਿਖਾਉਂਦੇ ਫਿਰਦੇ ਆ ਭਾਈ, ਮਹਾਰਾਜ ਕਿਰਪਾ ਹੀ ਕਰੇ, ਬਚ ਕੇ ਹੀ ਰਿਹਾ ਕਰੋ ਇਹਨਾਂ ਤੋਂ। ਬਹੁਤ ਸਾਲ ਹੋ ਗਏ, ਕਹਿੰਦਾ ਜੀ ਸਾਡੇ ਗੁਰੂ 'ਚ ਤਾਂ ਇਹ ਜੀ ਸਮਰੱਥਾ ਹੈ, ਤੇ ਉਹ ਜੋਤ ਪ੍ਰਗਟ ਕਰ ਦਿੰਦੇ। ਮੈਂ ਕਿਹਾ ਕਿਹਦੀ? ਕਹਿੰਦਾ ਜੀ ਜਿਹੜਾ ਮਰਜ਼ੀ ਆ ਜਾਵੇ। ਮੈਂ ਕਿਹਾ ਅੱਛਾ ਤੇਰੀ? ਕਹਿੰਦਾ ਹਾਂ ਮੇਰੀ ਜੋਤ ਪ੍ਰਗਟ ਹੋ ਗਈ। ਮੈਂ ਕਿਹਾ ਮੇਰੇ ਕੋਲ 100 ਬੰਦਾ ਲਿਆ, ਮੈਂ 100 ਦੀ ਪ੍ਰਗਟ ਕਰਕੇ ਦਿਖਾ ਦਿੰਦਾ ਤੈਨੂੰ। ਮੈਂ ਕਿਹਾ ਕੀ ਤਰੀਕਾ ਹੈ? ਆਲ ਟੈਕ। ਮੈਂ ਕਿਹਾ ਤੇਰਾ ਗੁਰੂ ਇੱਥੇ ਇਸ ਥਾਂ ਤੋਂ ਨਾੜ ਦੱਬਦਾ? ਕਹਿੰਦਾ ਹਾਂਜੀ ਦੱਬਦਾ। ਮੈਂ ਕਿਹਾ ਨਾੜ ਦੱਬਣ ਦਾ ਹੀ ਤਰੀਕਾ ਹੈ, ਥੋੜਾ ਜਿਹਾ ਉਹਨੂੰ ਐਂ ਦੱਬਦੀ ਹੈ ਨਾ, ਚਾਨਣਾ ਜਿਹਾ ਹੋ ਜਾਂਦਾ। ਕਿਉਂ ਵੀ ਜੋਤ ਪ੍ਰਕਾਸ਼ ਹੋ ਗਈ ਜੀ, ਹੋ ਗਈ। ਦੁਨੀਆ ਲੁੱਟਣ ਕਰਨੀ ਤੇ ਪਈ ਹੈ। ਉਹ ਮੈਂ ਕਿਹਾ ਸਾਨੂੰ ਇਸ ਕਰਕੇ ਜਾਣਨਾ ਪਿਆ ਵੀ ਤੁਸੀਂ ਕਰਦੇ ਕੀ ਹੋ, ਲੋਕਾਂ ਨੂੰ ਕਿਉਂ ਬੁੱਧੂ ਬਣਾਉਂਦੇ। ਇਹ ਪ੍ਰਕਾਸ਼ ਹੈ। ਇਹ ਨਾੜਾਂ ਦੇ ਅੰਦਰ ਜਿਹੜੀ ਸਾਡੇ ਅੰਦਰ ਬਿਜਲੀ ਹੈ ਨਾ, ਬਸ ਜਿਵੇਂ ਸੁਚਦਵੀ ਤੇ ਪੜਾਕਾ, ਇਹ ਤਾਂ ਉਹ ਚੀਜ਼ ਹੈ ਜਿਵੇਂ ਬਦਲਣ 'ਚ ਬਿਜਲੀ ਰੱਖ ਸਕਦੀ ਹੈ। ਇਹ ਕਿਹੜੀ ਗੱਲ ਹੋਈ? ਇਹ ਉਹ ਜੋਤ ਨਹੀਂ ਹੈ ਜਿਹੜੀ ਜੋਤ ਦੀ ਬਾਤ ਹੈ। ਇਹ ਹੁਣ ਦੁਨੀਆ ਸਾਧ ਸੰਗੀ ਐਸਾ ਕਰਦੀ ਫਿਰਦੀ ਹੈ, ਪਰ ਸੱਚਾ ਪ੍ਰਕਾਸ਼ ਜਿਹੜਾ ਹੈ ਉਹ ਸ਼ਬਦ ਦੁਆਰਾ ਬ੍ਰਹਮ ਗਿਆਨ ਦਾ ਹੈ ਜੀ। ਜਿਨੀ ਸਚ ਜਾਤਾ ਸੇ ਸੱਚੇ ਹੋਏ। ਜਿਹਨੇ ਬਈ ਸੱਚੇ ਵਾਹਿਗੁਰੂ ਨੂੰ ਜਾਤਾ ਜਾਣ ਲਿਆ, ਉਹ ਤਾਂ ਸੱਚ ਦਾ ਸਰੂਪ ਹੀ ਹੋ ਗਏ, ਵਾਹਿਗੁਰੂ ਦਾ ਸਰੂਪ ਹੋ ਗਏ। ਜਿਨ ਜਾਤਾ ਸੋ ਤਿਸੀ ਹੀ ਜਿਹਾ, ਉਹਦੇ ਵਰਗਾ ਹੋ ਜਾਂਦਾ। ਆਂਦਨ ਸੱਚ ਧਿਆਨ। ਉਹ ਫਿਰ ਰਾਤ ਦਿਨ ਸੱਚ ਨੂੰ ਪ੍ਰਾਪਤ ਕਰਕੇ ਜੀਵਨ ਮੁਕਤੀ ਵਾਸਤੇ ਰਾਤ ਦਿਨ ਧਿਆਉਂਦੇ ਰਹਿੰਦੇ, ਤਿਆਗ ਕਰ ਬਿਰਤੀ ਦੁਆਰਾ, ਤਾਂ ਕਿ ਗਿਆਨ ਸਿੱਥਲ ਨਾ ਹੋ ਜਾਵੇ। ਕਾਇਮ ਰੱਖਣ ਵਾਸਤੇ ਧਿਆਉਂਦੇ ਰਹਿੰਦੇ ਨੇ ਹਰ ਵੇਲੇ। ਨਾਨਕ ਸੱਚ ਨਾਮ ਜਿਨ ਹਿਰਦੇ ਵਸਿਆ। ਗੁਰੂ ਸਾਹਿਬ ਜੀ ਫਰਮਾਨ ਕਰਦੇ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਅੰਤਸਕਰਨ ਦੇ ਵਿੱਚ ਨਾਮ ਵਸ ਗਿਆ ਹੈ ਪਰਮੇਸ਼ਰ ਵਾਹਿਗੁਰੂ ਦਾ, ਨਾ ਵਿਛੜ ਦੁੱਖ ਪਾਏ ਨਾ। ਉਹ ਕਦੇ ਵੀ ਵਿਛੜ ਕੇ ਦੁੱਖ ਨਹੀਂ ਪਾਉਣਗੇ। ਦੁੱਖ ਤਦੇ ਜਾਂ ਵਿਸਰ ਜਾਏ, ਦੁੱਖ ਤਾਂ ਹੀ ਹੈ। ਤੇ ਇਸ ਕਰਕੇ ਫਿਰ ਉਹਨਾਂ ਨੂੰ ਕਦੇ ਵੀ ਦੁੱਖ ਨਹੀਂ ਪ੍ਰਾਪਤ ਹੁੰਦਾ। ਦੁੱਖ ਜਿਹੜੇ ਨੇ ਉਹ ਅਗਿਆਨ ਜਨੇ ਦੁੱਖ ਕਿਹਾ ਹੈ। ਜੰਮਣ ਤੇ ਮਰਨ ਦਾ ਦੁੱਖ ਇਹ ਕਦੇ ਨਹੀਂ ਵਿਆਪੇਗਾ ਉਹਨਾਂ ਨੂੰ। ਇਸ ਕਰਕੇ ਫਿਰ ਉਹ ਪਰਮੇਸ਼ਰ ਵਾਹਿਗੁਰੂ ਜੀ ਅਭੇਦ ਜਿਹੜੇ ਹੋ ਗਏ ਹਨ ਜੀ। ਸੱਚੀ ਬਾਣੀ ਸੱਚੇ ਗੁਣ ਗਾਵੇ। ਸੱਚੀ ਬਾਣੀ ਦੁਆਰਾ ਸੱਚੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਚਾਹੀਦਾ ਹੈ। ਇਹ ਗੁਰਸਿੱਖੋ ਗਾਇਆ ਕਰੋ। ਤਿਤ ਕਰ ਸੁਹੇਲਾ ਹੋਈ RAM। ਤਿਤ ਕਰ ਸੁਹੇਲਾ ਹੋਈ RAM। ਰਮੇ ਹੋਏ RAM ਪਰਮੇਸ਼ਰ ਦਾ ਸਾਧ ਸੰਗਤ ਰੂਪੀ ਘਰ ਦੇ ਵਿੱਚ ਇਹੋ ਸਾਚਾ ਸੋਹਿਲਾ ਸਾਚੇ ਕਰ ਗਾਵੋ। ਗਾਹੋ ਤਾਂ ਸੋਹਿਲਾ ਘਰ ਸਾਚੇ ਜਿਤੇ ਸਦਾ ਸੱਚ ਧਿਆਵੇ। ਇਸ ਪ੍ਰਕਾਰ ਕਿਹਾ ਹੈ। ਨਿਰਮਲ ਗੁਣ ਸਾਚੇ
ਤਨ ਮਨ ਸਾਚਾ। ਮੈਲ ਤੋਂ ਰਹਿਤ ਸੱਚੇ ਵਾਹਿਗੁਰੂ ਦੇ ਗੁਣ ਪਾਈ। ਤੇ ਜਿਹੜਾ ਉਹਨਾਂ ਗੁਣਾਂ ਨੂੰ ਗਾਇਨ ਕਰਦਾ ਹੈ, ਉਹਦਾ ਤਨ ਵੀ, ਸਰੀਰ ਵੀ ਸੱਚਾ ਤੇ ਮਨ ਅੰਤਸਕਰਨ ਵੀ ਸੱਚਾ ਹੋ ਜਾਂਦਾ ਸੱਚ ਨੂੰ ਪ੍ਰਾਪਤ ਕਰਕੇ। ਵਿਜ ਸਾਚਾ ਪੁਰਖ ਪ੍ਰਭ ਸੋਈ ਰਾਮ। ਰਾਮ ਹੈ ਭਾਈ, ਜਾਂ ਰਾਮ ਰਮੇ ਹੋਏ ਪ੍ਰਭੂ ਪਰਮੇਸ਼ਰ ਵਾਹਿਗੁਰੂ ਦਾ ਉਹ ਉਹਦੇ ਵਿੱਚ ਵਾਸਾ ਹੋ ਜਾਂਦਾ ਹੈ। ਤੇ ਪੁਰਖ ਸੰਸਕ੍ਰਿਤ ਦਾ ਪਦ ਹੈ ਜੀ, ਤੇ ਪੁਰਖ ਵਿਆਪਕ ਦਾ ਭਾਵ ਦਿੰਦਾ ਹੈ। ਵਿਆਪਕ ਪ੍ਰਭੂ ਪਰਮੇਸ਼ਰ ਰਮਿਆ ਹੋਇਆ ਰਾਮ, ਤੇ ਉਹਦੇ ਵਿੱਚ ਸੱਚ ਸਰੂਪ 'ਚ ਅਭੇਦ ਹੋ ਜਾਂਦਾ ਹੈ। ਤਨ ਮਨ ਸੱਚਾ ਹੋ ਗਿਆ, ਸੱਚ ਵਿੱਚ ਸਮਾ ਜਾਂਦਾ ਹੈ। ਸਭ ਸੱਚ ਵਰਤੈ ਸੱਚੋ ਬੋਲੇ। ਤੇ ਫਿਰ ਉਹਦਾ ਵਰਤ ਵਰਤਾਵ ਵੀ ਸੱਚ ਦਾ ਹੈ, ਝੂਠ ਦੇ ਨੇੜੇ ਨਹੀਂ ਜਾਂਦਾ। ਸੱਚੇ ਨਾਮ ਦਾ ਹੀ ਵਰਤਣਾ ਕਰਦਾ ਹੈ, ਆਪ ਜਪਦਾ, ਹੋਰਨਾਂ ਨੂੰ ਸੱਚਾ ਨਾਮ ਜਪਾਉਂਦਾ ਹੈ। ਤੇ ਜ਼ਬਾਨ ਦੇ ਉੱਤੇ ਵੀ ਸੱਚੇ ਨਾਮ ਨੂੰ ਹੀ ਬੋਲਦਾ ਹੈ। ਇਸ ਪ੍ਰਕਾਰ ਉਹਦਾ ਸੁਭਾਅ ਬਣ ਜਾਂਦਾ ਹੈ। ਜੋ ਸੱਚ ਕਰੈ ਸੋ ਹੋਈ। ਫਿਰ ਉਹਨੂੰ ਇਹ ਨਿਸ਼ਚਾ ਹੋ ਗਿਆ ਕਿ ਜੋ ਸੱਚਾ ਵਾਹਿਗੁਰੂ ਪਰਮੇਸ਼ਰ ਕਰ ਰਿਹਾ ਹੈ ਉਹੀ ਹੋ ਰਿਹਾ। ਤੇ ਇਸ ਕਰਕੇ ਉਹਦੇ ਹੁਕਮ ਦੇ ਵਿੱਚ ਹੈ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋ। ਉਹ ਨਿਸ਼ਚਾ ਕਰ ਲੈਂਦਾ ਹੈ। ਜੈ ਦੇਖਾਂ ਤੈ ਸੱਚ ਪਸਰਿਆ। ਜਿੱਥੇ ਵੀ ਬ੍ਰਹਮ ਗਿਆਨੀ ਦੀ ਨਿਗਾਹ ਜਾਂਦੀ ਹੈ, ਉਹ ਸਾਰੀ ਜਗ੍ਹਾ ਹੀ ਸੱਚੇ ਪਰਮਾਤਮਾ ਨੂੰ ਪਸਰਿਆ ਫੈਲਿਆ ਹੋਇਆ ਦੇਖ ਰਿਹਾ ਕਿ ਸਾਰੀ ਜਗ੍ਹਾ ਜਿਵੇਂ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ। ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਹੈ। ਉਹ ਇੱਕ ਰਸ ਹੈ ਸਾਰੀ ਜਗ੍ਹਾ। ਇਹ ਫਿਰ ਦ੍ਰਿਸ਼ਟੀ ਹੋ ਗਈ ਉਸਦੀ। ਔਰ ਨਾ ਦੂਜਾ ਕੋਈ। ਉਹਨੂੰ ਪਰਮਾਤਮਾ ਤੋਂ ਬਿਨਾ ਸਭੇ ਕਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਏਕਲ ਮਾਟੀ ਕੁੰਚਰ ਚੀਟੀ ਭਾਂਜਨ ਵਹਿ ਬੋ ਨਾ ਰੇ। ਅਸਤਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਇਹ ਉਹਦੀ ਫਿਰ ਬਿਰਤੀ ਹੋ ਗਈ ਹੈ ਕਿ ਉਹ ਤੋਂ ਬਿਨਾ ਕੋਈ ਵੀ ਨਹੀਂ ਹੈ। ਅਵਰ ਨਾ ਦੂਜਾ ਕੋਈ, ਹੋਰ ਅਵਰ ਹੈ ਹੀ ਨਹੀਂ, ਉਹ ਪਰਮੇਸ਼ਰ ਵਾਹਿਗੁਰੂ ਹੈ। ਤੇ ਇਸ ਪ੍ਰਕਾਰ ਕਥਨ ਕੀਤਾ ਹੈ। ਸੱਚੇ ਉਪਜੈ ਸੱਚ ਸਮਾਵੈ। ਸੱਚੇ ਉਪਜੈ ਸੱਚ ਸਮਾਵੈ। ਉਹਨੂੰ ਨਿਸ਼ਚਾ ਹੋ ਜਾਂਦਾ ਹੈ ਵੀ ਇਹ ਜਿਹੜਾ ਸੰਸਾਰ ਹੈ ਇਹ ਸੱਚੇ ਵਾਹਿਗੁਰੂ ਤੋਂ ਉਪਜਿਆ ਪੈਦਾ ਹੋਇਆ, ਔਰ ਫਿਰ ਸਮਾਏਗਾ ਕਿੱਥੇ? ਸੱਚੇ ਵਾਹਿਗੁਰੂ ਦੇ ਵਿੱਚ ਇੱਕ ਦਿਨ ਸਮਾ ਜਾਣਾ। ਲਹਿਰ ਜਿਹੜੀ ਹੈ ਉਹ ਆਕਾਸ਼ ਦੇ ਵਿੱਚ ਤਾਂ ਪੈਦਾ ਨਹੀਂ ਹੋਈ। ਜਿਹੜੀ ਪਾਣੀ ਦੀ ਲਹਿਰ ਪਾਣੀ 'ਚ ਪੈਦਾ ਹੋਈ ਨਾ, ਫਿਰ ਜਦੋਂ ਉਹ ਸਮਾਏਗੀ ਫਿਰ ਕਿਤੇ ਆਕਾਸ਼ ਨੂੰ ਜਾ ਕੇ ਸਮਾਊਗੀ, ਪਾਣੀ ਦੇ ਵਿੱਚ ਸਮਾਊਗੀ। ਇਹ ਸੰਸਾਰ ਵਾਹਿਗੁਰੂ ਦੀਆਂ ਲਹਿਰਾਂ ਨੇ, ਉਹ ਤੋਂ ਹੀ ਪੈਦਾ ਹੋਇਆ, ਉਹਦੇ ਵਿੱਚ ਇਹਨੇ ਸਮਾ ਜਾਣਾ। ਇਹ ਉਹਨੂੰ ਨਿਸ਼ਚਾ ਹੋ ਜਾਂਦਾ ਹੈ। ਸੱਚ ਉਪਜੈ ਸੱਚ ਸਮਾਵੈ। ਇਸ ਕਰਕੇ ਫਿਰ ਉਹਦੇ ਵਾਸਤੇ ਐਸੀ ਅਵਸਥਾ ਵਾਲੇ ਨੂੰ ਮਹਾਰਾਜ ਕਹਿੰਦੇ ਨੇ, ਮਰ ਜਨਮੇ ਦੂਜਾ ਹੋਈ। ਬਈ ਜਿਹੜਾ ਜੰਮਣ ਮਰਨ ਦੇ ਵਿੱਚ ਹੈ ਉਹ ਕੌਣ ਹੈ? ਕਹਿੰਦੇ ਦੂਜਾ, ਜਿਹਦੇ ਅੰਦਰ ਦਵੈਸ਼ ਹੈ, ਦੂਆਪਣ ਹੈ, ਉਹ ਜੰਮਣ ਮਰਨ ਦੇ ਵਿੱਚ ਹੈ। ਜਿਹਦੀ ਦ੍ਰਿਸ਼ਟੀ ਐਸੀ ਖੁੱਲ ਗਈ ਉਹ ਜੰਮਣ ਮਰਨ ਤੋਂ ਰਹਿਤ ਹੈ। ਗੱਲਾਂ ਨਾਲ ਨਹੀਂ ਮੁਕਤੀ ਮਿਲਦੀ। ਗੱਲਾਂ ਨਾਲ ਮੁਕਤੀ ਦੇਣ ਵਾਲੇ ਵੀ ਬਥੇਰੇ ਤੇ ਲੈਣ ਵਾਲੇ ਵੀ ਬਥੇਰੇ। ਤੋ ਇਸ ਕਰਕੇ ਅਸੀਂ ਧੋਖੇ ਵਿੱਚ ਆਉਣ ਦੀ ਲੋੜ ਨਹੀਂ। ਬਹੁਤ ਸਾਰੇ ਲੋਕ ਵੰਚਕ ਇਹ ਕਹਿੰਦੇ ਸੁਣੇ ਗਏ ਆਪਣੇ ਚੇਲਿਆਂ ਨੂੰ, ਤੁਹਾਨੂੰ ਕੋਈ ਨਾਮ ਜਪਣ ਦੀ ਲੋੜ ਹੀ ਨਹੀਂ, ਤੁਸੀਂ ਮੇਰੀ ਸੇਵਾ ਕਰੀ ਚਲੋ, ਤੁਹਾਡੇ ਨਾਂ ਦਾ ਤਾਂ ਮੈਂ ਹੀ ਜਪਦਾ ਬਹੁਤ, ਬਸ ਮੁੱਕਦਾ ਹੀ ਨਹੀਂ। ਇਹ ਸਭ ਠੁਗੀ ਠੋਰੀ ਹੈ। ਉਹ ਤਦ ਮਿਟਣੀ ਹੈ ਜਦੋਂ ਰੋਟੀ ਆਪ ਖਾਓਗੇ। ਇਹ ਤਾਂ ਸੌਖਾ ਜਿਹਾ ਤਰੀਕਾ ਹੈ। ਉਹ ਕਿਤੇ ਐਸਾ ਨਕਲੀ ਜਿਹੜਾ ਗੁਰੂ ਹੈ ਉਹਨੂੰ ਕਹੋ ਵੀ ਰੋਟੀ ਤੁਸੀਂ ਕਹੋ, ਚੇਲੇ ਦੀ ਭੁੱਖ ਮਿਟਾ ਕੇ ਦਿਖਾ ਕੇ, ਵੀ ਉਹਨੂੰ ਭੁੱਖ ਲੱਗੀ ਹੋਵੇ ਨਾ ਚੇਲੇ ਨੂੰ, ਰੋਟੀ ਖਾ ਲਵੇ ਗੁਰੂ, ਕਿਵੇਂ ਮਿਟ ਜੂਗੀ? ਸੋ ਇਸ ਕਰਕੇ ਸੱਚੇ ਪਰਮੇਸ਼ਰ ਵਾਹਿਗੁਰੂ ਦਾ ਚਿੰਤਨ ਖੁਦ ਹੀ ਕਰਨਾ ਹੋਏਗਾ। ਗੁਰੂ ਸਾਹਿਬ ਨੇ ਤਾਂ ਸਿੱਧਾ ਰਸਤਾ ਗੁਰਮੁਖ ਗਾਡੀ ਰਾਹ ਚਲਾਇਆ। ਦੱਸਿਆ ਹੈ ਜੀ, ਜਿਹੜੇ ਦਵੈਸ਼ ਵਾਲੇ ਨੂੰ ਜੰਮਣ ਮਰਨ ਦੇ ਵਿੱਚ ਰਹਿਣਗੇ। ਨਾਨਕ ਸਭ ਕੁਛ ਆਪੇ ਕਰਤਾ। ਤੇ ਸਭ ਕੁਛ ਮਹਾਰਾਜ ਸਾਹਿਬ ਕਹਿੰਦੇ ਨਾਨਕ ਸਭ ਕੁਛ ਆਪੇ ਕਰਦਾ। ਉਹ ਕਰਨ ਵਾਲਾ ਵਾਹਿਗੁਰੂ ਹੀ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਈ, ਆਪ ਹੀ ਹੈ। ਆਪ ਕਰਾਵੈ ਸੋਈ। ਆਪ ਹੀ ਸ਼ਾਸਨ ਜੀ ਉਹ ਹੁਕਮ ਦੇ ਕੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤੋਂ ਇਹ ਆਪਣੀ ਕਾਰ ਕਰਾ ਰਿਹਾ। ਇੱਕ ਨੂੰ ਰੋਜੀ ਦੇਣ ਦੀ,
ਇੱਕ ਨੂੰ ਭਾਂਡੇ ਕੱਢਣ ਦੀ, ਇੱਕ ਨੂੰ ਭਾਂਡਿਆਂ ਨੂੰ ਭੰਨਣ ਦੀ, ਇਹ ਸਭ ਆਪ ਹੀ ਕਰਾ ਰਿਹਾ ਸੱਤਾ ਦੇ। ਇਹ ਖੇਡ ਹੈ ਉਸਦੀ। ਸੱਚੇ ਭਗਤ ਸੋਹੈ ਦਰਬਾਰੇ। ਇਹ ਸੱਚਖੰਡ ਦਰਬਾਰ ਹੈ ਜੀ ਜਿਹੜਾ ਵਾਹਿਗੁਰੂ ਦਾ, ਉੱਥੇ ਝੂਠ ਵਾਲਾ ਨਹੀਂ ਜਾ ਸਕਦਾ। ਸੱਚੀ ਭਗਤੀ ਕਰਨ ਵਾਲੇ ਉਹ ਬੈਕੁੰਠ ਦੇ ਵਿੱਚ ਸੁਭਾਈਮਾਨ ਹੁੰਦੇ ਆ। ਬੜੇ ਆਦਰ ਦੇ ਸਹਿਤ ਉਹਨਾਂ ਨੂੰ ਲਿਜਾਇਆ ਜਾਂਦਾ ਹੈ। ਸੱਚੇ ਭਗਤ ਸੋਹੈ ਦਰਬਾਰੇ, ਉਹ ਵਾਹਿਗੁਰੂ ਦੇ ਦਰਬਾਰ ਦੇ ਵਿੱਚ, ਜਾਂ ਵਾਹਿਗੁਰੂ ਦਾ ਮਾਤ ਲੋਕ ਦੇ ਦਰਬਾਰ ਹੈ ਸਾਧ ਸੰਗਤ, ਇੱਥੇ ਵੀ ਸੁਭਾਈਮਾਨ ਹੁੰਦੇ ਨੇ ਜਿਹੜੇ ਸੱਚੇ ਗੁਰਸਿੱਖ ਨੇ, ਭਗਤੀ ਕਰਨ ਵਾਲੇ, ਬਾਣੀ ਪੜ੍ਹਨ ਵਾਲੇ। ਸੱਚੋ ਸੱਚ ਵਖਾਣੇ RAM। ਉਹ ਰਾਮ ਰਮੇ ਹੋਏ ਪਰਮਾਤਮਾ ਦਾ ਸੱਚ ਨਿਸ਼ਚੈ ਕਰਕੇ ਸੱਚ ਦਾ ਵਖਿਆਨ ਕਰਦੇ ਆ, ਵਿਆਖਿਆ ਵੀ ਸੱਚ ਦੀ ਕਰਦੇ ਆ। ਇਹ ਐਸਾ ਹੈ ਪਰਮੇਸ਼ਰ ਵਾਹਿਗੁਰੂ ਦਾ। ਅੱਖਰ ਅੱਖਰ ਦੇ ਵਿੱਚ ਪਰਮੇਸ਼ਰ ਦੀ ਸਿਫਤ ਸਲਾਹ ਹੈ, ਨਾਮ ਦਾ ਚਿੰਤਨ ਹੈ। ਤੋ ਅੱਗੇ ਦੱਸਦੇ ਹਨ ਜੀ, ਘਟ ਅੰਤਰੇ ਸਾਚੀ ਬਾਣੀ। ਤੇ ਘਟ ਅੰਤਰੇ ਸਾਚੀ ਬਾਣੀ, ਘਟ ਹਿਰਦੇ ਦੇ ਵਿੱਚ ਉਹ ਸੱਚੀ ਬਾਣੀ, ਨਾਮ ਰੂਪ ਬਾਣੀ ਦੀ ਬਨੌਟ ਬਣ ਗਈ ਹੈ। ਨਾਮ ਦਾ ਚਿੰਤਨ ਹੋ ਰਿਹਾ ਹੈ। ਸਾਚੋ ਆਪ ਪਛਾਣੇ RAM। ਤੇ RAM ਰਮੇ ਹੋਏ ਪਰਮਾਤਮਾ ਦੀ, ਉਹ ਸੱਚੇ ਦੀ ਫਿਰ ਆਪ ਹੀ ਪਛਾਣ ਕਰ ਲਈ ਹੈ। ਜਾਂ ਵੀ ਸੱਚਾ ਵਾਹਿਗੁਰੂ ਉਹ ਆਪਣੇ ਉਹਦੇ ਸੱਚਿਆਂ ਦੀ ਪਹਿਚਾਨ ਆਪ ਕਰਦਾ ਕਿ ਇਹ ਮੇਰੇ। ਤੋ ਇਸ ਪ੍ਰਕਾਰ ਕਿਹਾ। ਅੱਗੇ ਦੱਸਦੇ ਨੇ, ਆਪ ਪਛਾਣੈ ਤਾਂ ਸੱਚ ਜਾਣੈ। ਹੁਣ ਇਹੀ ਬਾਤ ਕਠਨ ਹੈ। ਮਹਾਰਾਜ ਸਾਹਿਬ ਕਹਿੰਦੇ ਜੇ ਆਪ ਆਪਣੇ ਆਪੇ ਨੂੰ ਪਹਿਚਾਨ ਲਵੇਂ, ਫਿਰ ਤੂੰ ਸੱਚ ਸਰੂਪ ਵਾਹਿਗੁਰੂ ਨੂੰ ਜਾਣੇਗਾ। ਜਦੋਂ ਤੂੰ ਆਪਣੇ ਆਪ ਨੂੰ ਪਛਾਣਿਆ, ਕਿਵੇਂ ਰੱਬ ਨੂੰ ਪਛਾਣ ਲਏਗਾ? ਤੋ ਇਸ ਕਰਕੇ ਆਪ ਪਛਾਣ ਹੈ ਤਾਂ ਸੱਚ ਜਾਣ ਹੈ। ਗਿਆਨ ਤੇ ਅਗਿਆਨ ਇਹ ਦੋ ਸ਼ਬਦ ਨੇ, ਇਹਨਾਂ ਦੀ ਇਕੱਠੀ ਉਹ ਪਰਿਭਾਸ਼ਾ ਕੀਤੀ ਹੈ ਧਰਮ ਸ਼ਾਸਤਰ ਵਿੱਚ। ਕੀ ਹੈ? ਕਹਿੰਦੇ ਭੂਲ ਗਇਓ ਅਗਿਆਨ ਤੇ ਆਪਣੋ ਆਤਮ ਰੂਪ। ਜਿਹੜਾ ਅਗਿਆਨ ਦੇ ਕਾਰਨ ਤੂੰ ਆਪਣੇ ਆਪ ਨੂੰ ਭੁੱਲ ਗਿਆ ਹੈ ਕਿ ਮੈਂ ਜੀਵ ਹਾਂ, ਇਹ ਤੇਰੇ ਵਿੱਚ ਭੁੱਲ ਆ ਗਈ, ਅਗਿਆਨ ਕਰਕੇ ਆ ਗਈ। ਕਹਿੰਦੇ ਇਹੀ ਅਗਿਆਨ ਹੈ ਜਿਹੜਾ ਆਪਣੇ ਆਪ ਨੂੰ ਭੁੱਲ ਜਾਣਾ। ਇਸ ਭੁੱਲ ਨੂੰ ਅਗਿਆਨ ਕਹਿੰਦੇ ਨੇ, ਜਿਹੜਾ ਰੱਬ ਤੋਂ ਭੁਲਾਉਣ ਵਾਲਾ ਹੈ। ਮਾਂ ਬਾਪਾਂ ਨੂੰ ਬੱਚਾ ਰੱਬ ਨੂੰ ਭੁਲਾ ਦੇਵੇ, ਉਹ ਬੱਚਾ ਮਾਇਆ ਦਾ ਰੂਪ ਹੈ। ਜਿਹੜੇ ਬੱਚੇ ਮਾਂ ਬਾਪ ਨੂੰ ਨਾਮ ਨਾ ਜਪਣ ਦੇਣ ਤੇ ਉਹ ਬੱਚੇ ਭਾਈ ਮਾਇਆ ਦਾ ਰੂਪ ਨੇ। ਜਿਹੜਾ ਧਨ ਰੱਬ ਤੋਂ ਤੋੜ ਦੇਵੇ, ਆਪਣੇ ਨਾਲ ਜੋੜ ਲਵੇ, ਮਾਇਆ ਵਰਤ ਗਈ। ਰਿਸ਼ਤੇਦਾਰ ਸੰਬੰਧੀ ਮਿਲਣ ਵਾਲੇ ਜਿਹੜੇ ਰੱਬ ਤੋਂ ਤੋੜ ਕੇ ਆਪਣੀਆਂ ਗੱਲਾਂ ਨਾਲ ਲਾ ਰਹੇ ਨੇ, ਸਮਝ ਲਓ ਵੀ ਮਾਇਆ ਵਰਤ ਰਹੀ ਹੈ। ਤਿੰਨ ਵਿੱਚੇ ਮਾਇਆ ਪਾ, ਉਹ ਸਾਵਧਾਨ ਹੋ ਜਾਂਦੇ ਨੇ ਵੀ ਮਾਇਆ ਆ ਗਈ ਮੇਰੇ ਸਾਹਮਣੇ। ਇਹ ਹੁਣ ਗੱਲਾਂ ਕਰਨ ਵਾਲਾ, ਮੈਨੂੰ ਰੱਬ ਤੋਂ ਤੋੜਨ ਦੀ ਸ਼ਕਤੀ ਆ ਗਈ ਮੇਰੇ ਸਾਹਮਣੇ, ਇਹਦੇ ਵੀ ਬਸ ਦੀ ਗੱਲ ਨਹੀਂ। ਮਾਇਆ ਮੇਰੇ ਤੇ ਪ੍ਰਭਾਵ ਪਾਉਣ ਲੱਗੀ ਹੈ। ਉਹ ਜਦੋਂ ਅੰਦਰ ਤੋਂ ਧੁਨ ਜਾਰੀ ਕਰਦਾ, ਉੱਪਰ ਤੋਂ ਹਾਂ ਹਾਂ ਕਰਕੇ ਉਹਦਾ ਘਰ ਪੂਰਾ ਵੀ ਕਰ ਦਿੰਦਾ ਵੀ ਤੂੰ ਆਪਣਾ ਦਿਲ ਪੂਰਾ ਕਰ ਲੈ। ਤੇ ਇੱਕ ਬੰਦਾ 1 ਘੰਟਾ ਉਹ ਬੋਲੀ ਗਿਆ। ਇੱਕ ਬਾਣੀ ਪੜ੍ਹਨ ਵਾਲਾ ਸੀ, ਉਸੇ ਤਕਰੀਬ 45 ਸਾਲ ਪੁਰਾਣੀ ਗੱਲ ਹੈ। ਉਹ ਜਦੋਂ ਘੰਟੇ ਬਾਅਦ ਉਹਦੀ ਗੱਲ ਪੂਰੀ ਹੋ ਗਈ, ਕਹਿੰਦਾ ਵੀ ਕਿਵੇਂ ਲੱਗੀ ਤੈਨੂੰ ਗੱਲ? ਕਹਿੰਦਾ ਕੀ? ਕਹਿੰਦਾ ਲੈ ਘੰਟਾ ਮੈਂ ਤੈਨੂੰ ਗੱਲ ਸੁਣਾਈ। ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਕੀ ਸੁਣਾਇਆ ਤੈਂ। ਕਹਿੰਦਾ ਤੂੰ ਕਿੱਥੇ ਸੀ? ਕਹਿੰਦਾ ਵੀ ਅਸਲ ਗੱਲ ਹੈ ਵੀ ਮੈਂ ਤਾਂ ਅੰਦਰੋਂ ਉੱਪਰ ਤੇ ਹਾਂ ਹਾਂ ਕਰੀ ਗਿਆ, ਤੈਨੂੰ ਮੈਂ ਤਾਂ ਬਾਣੀ ਪੜ੍ਹੀ ਗਿਆ। ਉਹਦਾ ਵਿਚਾਰੇ ਦੀ ਉਹ ਖੇਜ ਹੀ ਹੋ ਗਈ। ਕਹਿੰਦਾ ਉਹ ਮੈਂ ਘੰਟਾ ਐਵੇਂ ਬੋਲਦਾ ਰਿਹਾ, ਇਹ ਤਾਂ ਮੇਰੀ ਤਾਂ ਗੱਲ ਹੀ ਨਹੀਂ ਸੁਣੀ। ਇਹ ਵਰਤੀ ਹੋਈ ਹੈ ਵਾਰਤਾ। ਜਿਹਦੀ ਅਵਸਥਾ ਪਰਿਪੱਕ ਹੋਵੇ ਉਹ ਤਾਂ ਉਹਨੂੰ ਗੱਲਾਂ ਵਾਲਾ ਕੀ ਕਰੂਗਾ ਵੇ? ਤੋੜ ਹੀ ਨਹੀਂ ਸਕਦਾ। 20 ਜਣੇ ਮਿਲ ਜਾਣ ਉਹਨੂੰ ਗੱਲਾਂ ਵਾਲੇ। ਸ਼ੇਰ ਨੂੰ 20 ਕੁੱਤੇ ਘੋਰ ਲੈਣ ਪਰ ਕੀ ਬਣ ਜੂਗਾ ਸ਼ੇਰ ਦਾ? ਸ਼ੇਰ ਦਾ ਵਿਗੜਦਾ ਕੁਛ? ਸ਼ੇਰ ਹੈ। ਤੋ ਇਸੇ ਤਰ੍ਹਾਂ ਅਵਸਥਾ ਵੀ ਇਹ ਸ਼ੇਰ ਵਰਗੀ ਹੈ। ਤੋ ਇਸ ਕਰਕੇ ਆਪ ਪਛਾਣ ਹੈ
जे अपने आप नूं पछाण लिया कि मेरा जिहड़ा आ तन है ये तां तत्तां दा रूप है, मेरा नहीं है। इस तो अगे चल रहा एक होर कोठड़ी आ गई सूक्ष्म शरीर दी। ज्ञान दृष्टि दे नाल देखिया, कहंदे नहीं ये सूक्ष्म तत्तां दी कोठड़ी बनी हुई है, ये भी मेरी नहीं है। इस तो होर अगे गया तीसरी कोठड़ी, वो देखिया ये कारण माया दी बनी हुई कोठड़ी है। मैं इहदे विच रहण वाला तिन्नां देहां तो न्यारा हाँ। मैं ना मैं अस्थूल देह हाँ, ये पंज तत्त 25 प्रकृतियां दी है, ना मैं सूक्ष्म देह हाँ। पंज तत्त ਉਹਦੇ ਚ सूक्ष्मता होने करके पंज ज्ञान इंद्रे, पंज कर्म इंद्रे, पंज प्राण, मन ते बुद्ध, 17 तत्तां दा सूक्ष्म शरीर। मैं वो भी नहीं। अज्ञान दे पर्दे वाला कारण शरीर, मैं वो भी नहीं। यह न होई, इसते परे सत है। मैं स्थूल दे नहीं हाँ, सूक्ष्म दे नहीं हाँ, मैं कारण दे नहीं हाँ, इसते परे फिर अपना स्वरूप है। वो की है? मैं आत्म स्वरूप, मैं ओदी अंश हाँ। तो इस करके आप पछाण है तां सच जाना है, तां सच्चे वाहिगुरू जान लेगा। आप सवारे मैं मिला, गल तां आपे दे सवारन दी है। मैं मिलिया सुख होए, फरीदा जे तू मेरा होए रहे, सब जग तेरा। बड़ी खेड निराली है। आप पछाण है तां सच जान है। इस करके कहा है जी अगे, साचे सोजी होई। सच्चे गुरु तो ज्ञान द्वारा अपने आपे दी सोजी होती कि भाई तू सच स्वरूप है। इहदे ते एक दृष्टांत कल्पिया होया है। दृष्टांत भावें दृष्टांत की कल्पना की होवे, पर ज्ञान नहीं कल्पना का हिस्सा हुंदा। ज्ञान सत हुंदा, दृष्टांत भावें झूठ है। वो ऐसा है, ग्रंथां च लिखिया, कहंदे एक बारी भेडां चारन वाला, बकरियां चारन वाला, भेडां चारन वाला इयाली सी। वो किते शेरनी अपने बच्चे दे के वो किते विचाली अपनी रोजी रोटी का साधन करन वास्ते शिकार ते चढ़ी हुई सी। अजे निक्का जिहा बच्चा सी शोर दा। इहो जिहा मूर्ख देखिया हो, उन्हें ये तो देखिया नहीं भी शेर का बच्चा है, क्यों मौत सेड़दा। उन्हें उत्थों चुक लिया, उन्हें चंगा लग्या। बकरियां हकियां, उतों छीणी आई, उन्हें देखा बच्चा है नहीं उत्थे। इधर उधर देखा, लभ्या बच्चा नहीं। अखीर में पशु छेती भुल जाता, मनुख नहीं भुलदा। मनुख दे मोह जादे। वो बच्चे दे जदों उहदियां शेर दे बच्चे दियां अखां खुलियां, उन्हें सब तो पहलां भेडां दे दर्शन करे। भेडां सी समझ। थोड़ा जिहा बड़ा होया, अपने आप नूं भेड़ मन के उन्हां च विचरन लग पिया। ते शक्ल, अपनी शक्ल आप दिखदी नहीं है। कद बहुत बड़ा हो गया, पर अपने आप नूं मन्नी जांदा है भी ये जिहियां जिहियां भेडां ये उहो जी मैं आ, मैं थोड़ा जिहा बड्डी भेड़ है, ये थोड़ियां छोटियां भेडां। एक दिन की होया, जंगल दे विच एक बब्बर शेर निकलिया। उन्हें देखा, ओहो ये भेडां दे विच मेरी अंश किवें तुरी फिरदी, कित्थे भेडां ते कित्थे शेर दा बच्चा। लाहनत है जे मैं भेडां विच इहनूं ना कढ़िया। उन्हें मारी भवक। हुण जदों शेर गरजदा है ना, 12-12 कोह दे विच जंगल दी चिड़ियां फड़कण ते फड़ जांदियां, एडा भै है उसदा। उन्हें मारी भवक, ते बकरियां भेडां तां नठियां सी, ओह पियाली नठ के चढ़ गया दरखत दे उत्ते। ये खसमां नूं खाण जिहड़ियां भेडां, मेरी जान बचनी चाहिदी है। वो भेडां दौड़ लियां ते विच शेर दा बच्चा भी दौड़ लिया। अभी कोई बला आ गई बड़ी, अपने साथियों के नाल नठिया। वो भी शेर ने कहा, ओहो मैं तो आवाज दिती सी, मेरी आवाज ही नहीं समझा ये, मैं इहनूं जगाऊं, ये तो सुता पिया। उन्हें कहा पिछा करना चाहिए। शेर उहदे पिछे पिछे हो लिया। उन्हें कहा भी कोई नहीं, छड्डू तो बच्चू तेन कढ़ के इथों। अगे छपा की आ, किते पानी नितरिया हुए पानी हुंदे सी, नदियां दे टिकिया होया पानी, उहदे किनारे किनारे नठिया जांदा सी। इन्हां नूं शेर ने दूजी आवाज मारी। दूजी आवाज मारी तां जदों उहने शक्ल देखी पानी दे विच नूं अपनी, मुड़ के देखिया भेडां कि नहीं, कहंदा ओहो मेरी तो शक्ल इन्हां नाल मिलदी हो नहीं है। जद उन्हें मुड़ के देखिया शेर कि नहीं, कहंदा मेरी शक्ल तां उहदे नाल मिलदी है जी, तूं मैं डरदा फिरदा।
ਜਦੋਂ ਸ਼ੇਰ ਨੇ ਤੀਸਰੀ ਭੌਂਕ ਮਾਰੀ ਤੇ ਮੁੜ ਕੇ ਉਹਨੇ ਵੀ ਭੌਂਕ ਮਾਰ ਦਿੱਤੀ ਵੀ ਮੈਂ ਵੀ ਘੱਟ ਨਹੀਂ ਆ, ਤੇਰਾ ਹੀ ਬੱਚਾ। ਤੇ ਸ਼ੇਰ ਦਾ ਬੱਚਾ ਸ਼ੇਰ ਨੂੰ ਮਿਲ ਗਿਆ ਤੇ ਭੇਡਾਂ ਦੌੜ ਗਈਆਂ। ਇਹ ਦ੍ਰਿਸ਼ਟਾਂਤ ਦਾ ਭਾਵ ਕੀ ਹੈ? ਜੀਵ ਦਾ ਜਨਮ ਹੋਇਆ ਭੇਡਾਂ ਦੀ ਤਰ੍ਹਾਂ ਅਗਿਆਨੀਆਂ ਦੇ ਵਿੱਚ। ਇਹ ਤੇਰੀ ਮਾਂ ਹੈ, ਇਹ ਤੇਰਾ ਪਿਓ ਹੈ, ਇਹ ਤੇਰਾ ਚਾਚਾ ਹੈ, ਇਹ ਤੇਰਾ ਨਾ। ਕਦੇ ਕਿਹਾ ਕਿਸੇ ਨੇ ਵੀ ਤੂੰ ਬ੍ਰਹਮ ਹਾਂ? ਉਹ ਮਦਾਲਤਾ ਹੀ ਹੈ। ਸੁੱਧੋ ਸੀ, ਬੁੱਧੋ ਸੀ, ਨਿਰੰਜਨਾ ਸੀ, ਜਿਹੜੀ ਲੋਰੀ ਵੀ ਇਹ ਦਿੰਦੀ। ਇਹਨੂੰ ਉਸੇ ਤਰ੍ਹਾਂ ਲੱਗਣ ਲੱਗ ਗਿਆ, ਇਹ ਮੇਰਾ ਫਲਾਨਾ, ਇਹ ਮੇਰਾ ਹੈ, ਔਰ ਤੂੰ ਆ ਹੈ, ਤੇਰਾ ਨਾਂ ਇਹ ਹੈ। ਜਿਵੇਂ ਮੇਰਾ ਨਾਮ ਹਰੀ ਸਿੰਘ ਹੈ, ਮੈਨੂੰ ਲੱਗਣ ਲੱਗ ਗਿਆ ਮੇਰਾ ਨਾਂ ਹਰੀ ਸਿੰਘ ਹੈ, ਹਾਲਾਂਕਿ ਇਹ ਆਏ ਨਹੀਂ। ਜਦੋਂ ਮੈਂ ਗਰਭ ਦੇ ਵਿੱਚ ਸੀ ਉਦੋਂ ਤਾਂ ਹਰੀ ਸਿੰਘ ਦਾ ਨਾਂ ਨਿਸ਼ਾਨ ਵੀ ਨਹੀਂ ਸੀ। ਉਹ ਮੈਂ ਮਾਤਾ ਦੇ ਉਦਰ 'ਚ ਹੈਗੇ ਸੀ, ਇਸੇ ਤਰ੍ਹਾਂ ਤੁਸੀਂ ਸੀ। ਇਹ ਤਾਂ ਬਾਅਦ 'ਚ ਲੇਵਲ ਜਿਹਾ ਲਾਤਾ, ਚਿਪਕੇ ਦਿੱਤਾ ਵੀ ਬੱਚੇ ਨੂੰ ਕੀ ਕਹਿ ਕੇ ਬੁਲਾਇਆ। ਆਪਣਾ ਇਹ ਨਾਂ ਨੂੰ ਕੋਈ ਨਹੀਂ, ਐਵੇਂ ਨਾ ਅਪਮਾਨ ਕਰਿਆ ਕਰੋ ਵੀ ਮੈਂ ਫਲਾਨਾ ਸੁਣਿਆ ਕੇ। ਨਹੀਂ ਨਹੀਂ, ਕੁਝ ਨਹੀਂ ਹੈ। ਹਾਂ, ਜੇ ਹੈ ਤਾਂ ਬ੍ਰਹਮ ਦਾ ਸਰੂਪ ਹੈ, ਉਹਦਾ ਨਿਸ਼ਚਾ ਕਰਨਾ। ਗੁਰੂ ਹੈ ਸ਼ੇਰ, ਉਹਨੇ ਗਰਜਵੀਂ ਆਵਾਜ਼ ਦਿੱਤੀ ਸ਼ਬਦ ਦੀ, ਐ ਸਿੱਖ ਤੂੰ ਅਗਿਆਨੀ ਨਹੀਂ ਹੈ, ਤੂੰ ਬ੍ਰਹਮ ਦੀ ਅੰਸ਼ ਹੈ। ਕਹੋ ਕਬੀਰੇ ਰਾਮ ਕੀ ਅੰਸ਼, ਤੂੰ ਆਪਣੀ ਅੰਸ਼ ਦਾ ਖਿਆਲ ਕਰ। ਆਪ ਪਛਾਣੈ, ਜਦੋਂ ਆਪਣੇ ਤਾਂ ਸੱਚ ਜਾਣੇ, ਸੱਚ ਵਾਹਿਗੁਰੂ ਨੂੰ ਜਾਣ ਲਏਗਾ। ਸਾਚੇ ਸੋਜੀ ਹੋਈ, ਫਿਰ ਸੱਚੇ ਗੁਰੂ ਤੋਂ ਇਹ ਸੋਝੀ ਖਬਰ ਹੋਏਗੀ ਸਜਣਾ ਤੈਨੂੰ, ਕਾਚੇ ਗੁਰ ਤੇ ਮੁਕਤ ਨਾ ਹੋਊਗਾ। ਇਸ ਕਰਕੇ ਸੱਚੇ ਗੁਰੂ ਗੁਰੂ ਨਾਨਕ ਸਾਹਿਬ ਤੋਂ ਇਹ ਸੋਝੀ ਹੁੰਦੀ ਹੈ ਗਿਆਨ ਦੀ। ਸੱਚਾ ਸ਼ਬਦ ਸੱਚੀ ਹੈ ਸੋਭਾ, ਸੱਚਾ ਗੁਰੂ ਦਾ ਸ਼ਬਦ ਹੈ ਤੇ ਸ਼ਬਦ ਦੁਆਰਾ ਸ਼ਬਦ ਦੀ ਕਮਾਈ ਕਰਕੇ ਸੱਚੀ ਇਹ ਸੋਭਾ। ਜਾਂ ਸੱਚਾ ਬ੍ਰਹਮ ਵਾਹਿਗੁਰੂ ਸੱਚਾ ਹੈ, ਉਹਦੀ ਸੋਭਾ ਵੀ ਸੱਚੀ ਹੈ। ਸਾਚੇ ਹੀ ਸੁਖ ਹੋਈ, ਸੱਚੇ ਵਾਹਿਗੁਰੂ ਤੋਂ ਹੀ ਸਦੀਵ ਕਾਲ ਦਾ ਸੁਖ ਆਨੰਦ ਪ੍ਰਾਪਤ ਹੁੰਦਾ ਹੈ। ਤੋ ਇਸ ਕਰਕੇ ਇਦੋਂ ਵੱਡਾ ਹੋਰ ਕੋਈ ਸੁਖ ਨਹੀਂ। ਜਿਹੜੀ ਇਕਾਗਰਤਾ ਦਾ ਸੁਖ ਹੈ, ਸੁਖ ਦੇ 14 ਦਰਜੇ ਮਹਾਂਪੁਰਖਾਂ ਨੇ ਪੜ੍ਹਾਏ ਸੀ। 14 ਦਰਜੇ ਜੀਵ ਤੋਂ ਲੈ ਕੇ ਬ੍ਰਹਮਪੁਰੀ ਤੱਕ ਗਿਣਿਆ। ਤੇ ਕਹਿੰਦੇ ਜਿੰਨਾ ਬ੍ਰਹਮਾ ਨੂੰ ਸਾਰੀ ਉਮਰ ਦੇ ਵਿੱਚ ਸੁਖ ਨਹੀਂ ਹੈ, ਤੇ ਕਹਿੰਦੇ ਬ੍ਰਹਮ ਗਿਆਨੀ ਨੂੰ ਕਹਿੰਦੇ ਇੱਕ ਅੱਖ ਦੇ ਪਲਕ ਜਿੰਨੇ ਸਮੇਂ ਦੇ ਵਿੱਚ ਇੰਨਾ ਸੁਖ ਪ੍ਰਾਪਤ ਹੈ ਜਿੰਨਾ ਬ੍ਰਹਮਾ ਨੂੰ ਸਾਰੀ ਜ਼ਿੰਦਗੀ ਦੇ ਵਿੱਚ ਸੁਖ ਪ੍ਰਾਪਤ ਨਹੀਂ। ਭਾਈ ਰੇ ਸੁਖ ਸਾਧ ਸੰਗ ਬੈਸ, ਜਾਂ ਤਾਂ ਸਾਧ ਸੰਗ ਸੁਖ ਹੈ, ਜਾਂ ਫਿਰ ਜੋ ਸੁਖ ਕੋ ਚਾਹੇ ਸਦਾ शरण राम की ले, वाहिगुरु की शरण भी सुख है। इस प्रकार के सुख प्राप्त होता है, सुख स्वरूप वाहिगुरु मिल जाता है। साच रते भगत एक रंगी, जेड़े सच्चे परमेश्वर दे प्रेम दे रंग दे विच भगत जेड़े रंगे ने, एक रंगी इको ही रंग रहिंदा है। मजीठ दा रंग इहो जिहा पक्का है, कपड़े नूं चढ़ जाए काया कापर चीर बफारे, हर रंग ना लहे सुभागा। कपड़ा पाड़ जाऊगा पर रंग नहीं छड़दा। कसुंबे दा रंग इहा जिहा कच्चा है, धुप जे उड़ जाता है, पानी लगे तो उड़ जाता है। माया दा रंग ये कच्चा रंग कसुंब का थोड़ड़ियां दिन चार जियो। ते इस करके वो सच्चे रंग दे विच रंगे गए ने। काया रंगण जेथे प्यारे पाइया नौ मजीठ, रंगण वाला जे रंगा साहिब ऐसा रंग ना ढीठ। जिनके चोले रतरे प्यारे कंत तिना के पास, धूड़ तिना की जे मिले जी कहो नानक की अरदास। ये सच्चा रंग उन्होंने चढ़ गया। फिर दूजा रंग ना कोई, फिर दूसरा होर कोई विषय विकारां दा ਜਾਂ ਫਿਰ ਇਹ ਝੂਠੇ ਰੰਗ ਵਡਿਆਈ ਆਦਿ ਇਹ ਨਹੀਂ ਚੜ੍ਹਦੇ। ਨਾਨਕ ਜਿਸ ਕੋ ਮਸਤਕ ਲਿਖਿਆ, ਜਿਨ੍ਹਾਂ ਦੇ ਭਾਈ ਮੱਥੇ ਦੇ ਉੱਤੇ ਸ਼ੁਭ ਕਰਮ ਨਿਸ਼ਕਾਮ ਕਰਮਾਂ ਦਾ ਪ੍ਰੇਰਿਆ ਹੋਇਆ ਈਸ਼ਵਰ ਸ਼ੁਭ ਕਰਮ ਕਿਤੇ ਲਿਖ ਦਿੱਤਾ ਹੈ, ਤਿਸ ਸੱਚ ਪ੍ਰਾਪਤ ਹੋਈ। ਬਸ ਉਸੇ ਨੂੰ ਸੱਚੇ ਬ੍ਰਹਮ ਦੀ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਉਹਨੂੰ ਸੱਚੇ ਗੁਰੂ ਨਾਨਕ ਦੀ ਪ੍ਰਾਪਤੀ ਹੁੰਦੀ ਹੈ, ਗੁਰੂ ਗ੍ਰੰਥ ਸਾਹਿਬ ਦੀ ਪ੍ਰਾਪਤੀ ਹੁੰਦੀ ਹੈ। ਇਹ ਵੀ ਭਾਗਾਂ ਦੀ ਬਾਤ ਹੈ। गुरु कृपा करे। आओ हुण इत्थे समाप्ति है। ते आप जी नूं बाबा बंता सिंह जी ने निहाल करना है। इस तरह साथ सिंह सजे रहना। मैं तो तुहाडे कोल सारा हफ्ता तुहाडे कोल है। ते बाबा जी होरां ने 2-3 दिन इन्हां ने इत्थे समा दिता होया सी। वैसे तो प्रबंधकां नूं बेनती है भी तुसीं इहो ਜਿਹੇ विद्वानां नूं खुला टाइम दिया करो। पूरा ही हफ्ता रखण वाली बात सी। गुरु कृपा करे। मैं एक गल बार बार तुहानूं चेते करा रहे भी सुपना जा लगी जाता है भी किथे दा सारा ही पंडाल भरिया हुंदा सी। हर रोज़ भरिया हुंदा सी। ते इस
ਜਿਹੜਾ ਸੰਕਟ ਸੀ ਬਿਮਾਰੀ ਦਾ, ਉਹਨੇ ਕਿਤੇ ਨਾ ਕਿਤੇ ਚੁਣ ਚੁਣ ਕੇ ਤਾਂ ਸਾਡੇ ਬਜ਼ੁਰਗ ਲੈ ਲਏ। ਜਿਹੜੇ ਰਹਿੰਦੇ ਨੇ ਉਹ ਡਰਦੇ ਆਉਂਦੇ ਨਹੀਂ, ਹਾਲੇ ਕਹਿੰਦੇ ਕਿਤੇ ਦੁਬਾਰੇ ਨਾ ਹੋ ਜਾਵੇ ਕਰੋਨਾ, ਉਹ ਘਰਾਂ ਬੈਠੇ ਰਹਿੰਦੇ। ਇਹ ਥੋੜਾ ਜਿਹਾ ਕਿਤੇ ਨਾ ਕਿਤੇ ਅਸਰ ਠੀਕ ਹੈ, ਇਹ ਕਾਫੀ ਕੁਛ ਠੀਕ ਹੋ ਗਿਆ ਹੈ। ਗੁਰੂ ਕਿਰਪਾ ਕਰੇ, ਤਕੜੇ ਹੋ ਭਾਈ, ਸਤਸੰਗ ਕਰਨੀ ਚਾਹੀਏ। ਘਰਾਂ ਦੇ ਵਿੱਚ ਬੈਠਿਆਂ ਨੂੰ ਹਰਮੰਦਰ ਸਾਹਿਬ ਦੇ ਦਰਸ਼ਨ ਹੋ ਜਾਂਦੇ ਆ ਟੈਲੀਵਿਜ਼ਨ ਦੁਆਰਾ, ਪਰ ਜੇ ਕਹੋ ਵੀ ਉਹ ਉੱਥੇ ਜਾ ਕੇ ਜਿਹੜਾ ਮਹੱਤਵ ਮਿਲਦਾ ਘਰ ਬੈਠਿਆਂ ਮਿਲ ਜੂ, ਇਹ ਨਹੀਂ ਹੋ ਸਕਦਾ। ਸੰਗਤ ਚ ਆਉਣਾ ਚਾਹੀਏ। ਇਹ ਇਸ ਕਰਕੇ ਸਾਧ ਹੋ ਗਏ ਸਤਿਗੁਰੂ ਜੀ। ਗੁਰੂ ਕਿਰਪਾ ਕਰੇ। ਇੱਥੇ ਸਾਧ ਸੰਗਤ ਦੀ ਸਮਾਪਤੀ ਹੈ। ਕੱਲ ਨੂੰ ਜਿਹੜਾ ਸ਼ਬਦ ਆਏਗਾ, ਜੁਗ ਚਾਰੇ ਧਨ ਜੇ ਪਵੈ, ਬਿਨ ਸਤਿਗੁਰੂ ਸੁਹਾਗ ਨਾ ਹੋਏ ਰਾਮ, ਇਹਦੀ ਵਿਚਾਰ ਕੱਲ ਨੂੰ ਹੋਏਗੀ। ਆਓ ਹੁਣ ਇੱਥੇ ਸਮਾਪਤੀ। ਪਿਛਲੀ ਤੁਕ ਬੋਲਦੇ। ਸੱਚਾ ਸ਼ਬਦ ਸੱਚੀ ਹੈ ਸੋਭਾ, ਸਾਚੇ ਹੀ ਸੁਖ ਹੋਈ। ਸਾਚ ਰਤੇ ਭਗਤ ਇਕ ਰੰਗੀ, ਦੂਜਾ ਰੰਗ ਨ ਕੋਈ। ਵਾਹਿਗੁਰੂ ਜੀ ਜਿਸ ਕੋ ਮਸਤਕ ਲਿਖਿਆ, ਤਿਸ ਸੱਚ ਪ੍ਰਾਪਤ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ